ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਮਝਧਾਰ ਅੰਕ 9ਵਾਂ। ਪੁੰਨਿਆ ਇੱਕ ਅਮੀਰ ਹਿੰਦੂ ਘਰਾਣੇ ਵਿੱਚ ਪੈਦਾ ਹੋਈ ਸੀ। ਉਸ ਦਾ ਪਿਓ ਸਰਗੋਦੇ ਵਿੱਚ ਇੱਕ ਉੱਗੀ ਫਰਮ ਦਾ ਮਾਲਕ ਤੇ 6-7 ਸੰਤਾਨਾਂ ਦਾ ਪਿਤਾ ਸੀ। ਸਭ ਤੋਂ ਛੋਟੀ ਕੁੜੀ ਪੁੰਨਿਆ ਨਾਲ ਮਾਪਿਆਂ ਦਾ ਬੇਉੜਕ ਪਿਆਰ ਸੀ। ਇਤਨਾ ਹੋਣ ਤੇ ਵੀ ਪੁੰਨਿਆ ਦਾ ਮਨ ਕਦੀ ਕਿਸੇ ਤਰ੍ਹਾਂ ਦੇ ਵੜਿੱਤਨ ਦੇ ਅਸਰਾਂ ਵਿੱਚ ਭਿੱਜਿਆ ਕਿਸੇ ਨਹੀਂ ਸੀ ਡਿੱਠਾ। ਆਪਣੇ ਕੁਨਬੇ ਦੇ ਬਾਕੀ ਜੀਆਂ ਵਾਂਗ ਪੁੰਨਿਆ ਕਦੀ ਵੀ ਆਕਾਸ਼ ਵਿੱਚ ਉੱਡਦੇ ਪਖੇਰੂਆਂ ਨੂੰ ਫੜਨ ਲਈ ਅੱਡੀਆਂ ਚੁੱਕ ਚੁੱਕ ਕੇ ਉਛਲਦੀ ਨਹੀਂ ਸੀ। ਸਗੋਂ ਇਸ ਤੋਂ ਉਲਟ ਉਸਦੀ ਨਜ਼ਰ ਹਮੇਸ਼ਾ ਧਰਤੀ ਤੇ ਰੇਂਗਦੇ ਕੀੜਿਆਂ ਮਕੌੜਿਆਂ ਵੱਲ ਹੀ ਰਹੀ, ਜਿਨ੍ਹਾਂ ਉੱਤੇ ਹਰ ਰਾਹੀ ਦਾ ਕਦਮ ਲਾਪਰਵਾਹੀ ਨਾਲ ਲੰਘ ਜਾਇਆ ਕਰਦਾ ਹੈ। ਵੱਡੇ ਘਰ ਵਿੱਚ ਪੈਦਾ ਹੋ ਕੇ ਪੁੰਨਿਆ ਨੇ ਜੋ ਕੁਝ ਉੱਥੋਂ ਪ੍ਰਾਪਤ ਕਰਨ ਵਾਲਾ ਸੀ ਅਵਸ਼ ਕੀਤਾ। ਉਸਨੇ ਸਕੂਲ ਦੀ ਵਿੱਦਿਆ ਸਫਲਤਾ ਨਾਲ ਖਤਮ ਕੀਤੀ। ਸਭ ਤੋਂ ਸ਼੍ਰੋਮਣੀ ਗੁਣ ਜਿਹੜਾ ਉਸ ਪਾਸ ਸੀ ਉਹ ਸੀ ਹਰ ਹੋਣੀ ਪਾਸੋਂ ਤੇ ਹਰ ਵਾਪਰਨ ਵਾਲੀ ਘਟਨਾ ਪਾਸੋਂ, ਦੁਖਦਾਈ ਹੋਵੇ ਭਾਵੇਂ ਸੁਖਦਾਈ, ਕੁਝ ਨਾ ਕੁਝ ਸਿੱਖਣਾ। ਇਹੋ ਕਾਰਨ ਸੀ ਕਿ ਪੁੰਨਿਆ ਆਪਣੇ ਸਾਰੇ ਭੈਣ ਭਰਾਵਾਂ ਨਾਲੋਂ ਸੁਹੱਪਣ ਦੇ ਲਿਹਾਜ਼ ਨਾਲ ਵੱਧ ਚੜ ਕੇ ਹੁੰਦੀ ਹੋਈ ਵੀ ਉਹਨਾਂ ਵਰਗੀਆਂ ਚੁਲਬਲੀਆਂ ਤੇ ਚੰਚਲ ਆਦਤਾਂ ਨੂੰ ਨਹੀਂ ਸੀ ਅਪਣਾ ਸਕੀ। ਪੁੰਨਿਆ ਪੜ੍ਹ ਲਿਖ ਕੇ ਸਿਆਣੀ ਹੋਈ। ਪੁੰਨਿਆ ਉੱਤੇ ਜਵਾਨੀ ਆਈ। ਘਰ ਵਿੱਚ ਪੁੰਨਿਆ ਦੇ ਵਿਆਹ ਦਾ ਚਰਚਾ ਚੱਲਿਆ। ਮਾਪਿਆਂ ਨੇ ਆਪਣੇ ਨਾਲੋਂ ਵੀ ਕਿਸੇ ਵੱਡੇ ਅਮੀਰ ਘਰ ਵਿੱਚ ਉਸਨੂੰ ਮੰਗਣ ਲਈ ਮਨਸੂਬੇ ਬੰਨ੍ਹਣੇ ਸ਼ੁਰੂ ਕੀਤੇ, ਕਿਉਂਕਿ ਉਸਦੇ ਬਚਪਨ ਤੋਂ ਹੀ ਘਰ ਵਿੱਚ ਵੱਡੀਆਂ ਵਡੇਰੀਆਂ ਕਹਿੰਦੀਆਂ ਸਨ, ਸਾਡੀ ਪੁੰਨਿਆ ਤਾਂ ਕਿਸੇ ਰਾਜੇ ਦੀ ਰਾਣੀ ਬਣੇਗੀ। ਪੁੰਨਿਆ ਆਪਣੇ ਸਾਰੇ ਭੈਣ ਭਰਾਵਾਂ ਨਾਲੋਂ ਹੁੰਦੜਹੇਲ ਸੀ। 15 ਵਰ੍ਹਿਆਂ ਦੀ ਉਮਰੇ ਜਦੋਂ ਉਸਨੇ ਹਾਈ ਸਕੂਲ ਦੀ ਪੜ੍ਹਾਈ ਖਤਮ ਕਰ ਲਈ ਤਾਂ ਮਾਪਿਆਂ ਦੇ ਖਿਆਲ ਵਿੱਚ ਪੁੰਨਿਆ ਹੁਣ ਹੋਰ ਬਹੁਤਾ ਚਿਰ ਕੁਆਰੀ ਰੱਖਣ ਜੋਗੀ ਨਹੀਂ ਸੀ ਤੇ ਇਹੋ ਸਬਬ ਸੀ ਕਿ ਉਹਨਾਂ ਇਸ ਨੂੰ ਕਾਲਜ ਦਾਖਲ ਨਹੀਂ ਸੀ ਕਰਾਇਆ। ਫਿਰ ਇੱਕ ਮੁਸ਼ਕਿਲ ਹੋਰ ਸੀ। ਪੁੰਨਿਆ ਦੇ ਮਾਪੇ ਤਾਂ ਚਾਹੁੰਦੇ ਸਨ ਕਿ ਕੁੜੀ ਲਈ ਆਪਣੇ ਨਾਲੋਂ ਵੀ ਵੱਧ ਚੜ ਕੇ ਅਮੀਰ ਘਰਾਣਾ ਲੱਭਣਾ, ਪਰ ਇੱਧਰ ਪੁੰਨਿਆ ਦੇ ਖਿਆਲ ਅਨੋਖੀ ਕਿਸਮ ਦੇ ਸਨ। ਪਤਾ ਨਹੀਂ ਉਸਦੇ ਦਿਲ ਵਿੱਚ ਕੀ ਵਹਿਮ ਸਮਾ ਗਿਆ ਸੀ ਕਿ ਅਮੀਰ ਘਰਾਂ ਦੇ ਨੌਜਵਾਨਾਂ ਵਿੱਚ ਉਸਨੂੰ ਛੁੱਟ ਬੁਰਾਈਆਂ ਤੋਂ ਚੰਗੀ ਆਦਤ ਕੋਈ ਦਿਸਦੀ ਹੀ ਨਹੀਂ ਸੀ। ਮਾਪਿਆਂ ਅਤੇ ਧੀ ਦੇ ਵਿਚਾਲੇ ਇਹ ਅਜੋੜਤਾ ਐਸੀ ਕੰਧ ਬਣ ਕੇ ਖੜੀ ਹੋ ਗਈ ਕਿ 3-4 ਸਾਲ ਬੀਤ ਜਾਣ ਤੇ ਵੀ ਵਿਆਹ ਦਾ ਮਸਲਾ ਹੱਲ ਹੋਣ ਵਿੱਚ ਨਹੀਂ ਸੀ ਆਇਆ। ਪਰ ਇਹਨਾਂ 3-4 ਸਾਲਾਂ ਦਾ ਸਮਾਂ ਪੁੰਨਿਆ ਲਈ ਇੱਕ ਹੋਰ ਪੱਖੋਂ ਲਾਭਦਾਇਕ ਸਾਬਤ ਹੋਇਆ। ਸਕੂਲੀ ਕਿਤਾਬਾਂ ਤੋਂ ਪਿੱਛਾ ਛੁੱਟਦਿਆਂ ਹੀ ਉਸਦੇ ਝੁਕਾਵਾਂ ਨੇ ਹੋਰ ਪਾਸੇ ਰੁਖ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਸਾਹਿਤ, ਸੰਗੀਤ, ਕੁਝ ਥੋੜੀ ਬਹੁਤ ਡਾਕਟਰੀ ਦੀ ਸਿੱਖਿਆ ਤੇ ਹੋਰ ਕਿੰਨੇ ਹੀ ਛੋਟੇ-ਮੋਟੇ ਹੁਨਰਾਂ ਦੀ ਵਾਕਫੀ ਪ੍ਰਾਪਤ ਕਰ ਲਈ। ਉਸਨੇ ਕਈਆਂ ਮੁਲਕਾਂ ਦਾ ਇਤਿਹਾਸ ਪੜ੍ਹਿਆ, ਦੇਸੀ ਅਤੇ ਵਿਦੇਸੀ ਰਾਜਨੀਤੀ ਦਾ ਗਿਆਨ ਪ੍ਰਾਪਤ ਕੀਤਾ ਤੇ ਨਾਲ ਹੀ ਸਟੇਜ ਉੱਤੇ ਬੋਲਣ ਦਾ ਗੁਣ ਵੀ ਗ੍ਰਹਿਣ ਕੀਤਾ। ਮੁੱਕਦੀ ਗੱਲ ਕਿ 3-4 ਸਾਲਾਂ ਵਿੱਚ ਮਿਲੇ ਹੋਏ ਖੁੱਲ੍ਹੇ ਵਕਤ ਪਾਸੋਂ ਪੁੰਨਿਆ ਨੇ ਪੂਰਾ ਲਾਭ ਉਠਾਇਆ। ਦੂਜੇ ਸ਼ਬਦਾਂ ਵਿੱਚ ਉਹਨਾਂ 4 ਸਾਲਾਂ ਨੇ ਜਿਹੜੇ ਆਮ ਨਜ਼ਰੇ ਵੇਖਿਆ ਉਸਦੇ ਵਿਹਲੇ ਸਾਲ ਸਨ, ਪੁੰਨਿਆ ਨੂੰ ਬੜੀ ਗੰਭੀਰ, ਦੂਰ ਅੰਦੇਸ਼ ਤੇ ਹੱਦ ਦਰਜੇ ਦੀ ਅਣਥੱਕ ਬਣਾ ਦਿੱਤਾ। ਤੇ ਜਦ ਪੁੰਨਿਆ ਨੇ ਆਪਣੀ ਉਮਰ ਦੇ 19 ਸਾਲ ਪੂਰੇ ਕਰਕੇ 20ਵੇਂ ਵਿੱਚ ਪੈਰ ਰੱਖਿਆ ਤਾਂ ਇੱਕ ਵਾਰੀ ਫੇਰ ਉਸਦੇ ਅੰਦਰ ਵਿੱਦਿਆ ਦੀ ਭੁੱਖ ਚਮਕ ਉੱਠੀ। ਉਸਦੇ ਵਿਆਹ ਦਾ ਮਾਮਲਾ ਪਹਿਲਾਂ ਵਾਂਗ ਹੀ ਖੱਟੇ ਪਿਆ ਹੋਇਆ ਸੀ। ਭਾਵੇਂ ਮਾਪਿਆਂ ਲਈ ਅਤੀ ਦੁਖਦਾਈ ਗੱਲ ਸੀ, ਪਰ ਪੁੰਨਿਆ ਇਸ ਖੱਟੇ ਪੈਨ ਨੂੰ ਆਪਣੇ ਲਈ, ਖਾਸ ਕਰਕੇ ਆਪਣੇ ਭਵਿੱਖ ਲਈ ਸ਼ੁਭ ਖਿਆਲ ਕਰਦੀ ਸੀ। ਉਸਨੇ ਮਾਪਿਆਂ ਨੂੰ ਇਸੇ ਗੱਲ ਉੱਤੇ ਰਜ਼ਾਮੰਦ ਕਰ ਲਿਆ ਕਿ ਉਹ ਫਸਟ ਈਅਰ ਵਿੱਚ ਦਾਖਲ ਹੋਵੇ, ਪਰ ਨਾ ਉਸਨੂੰ, ਨਾ ਉਸਦੇ ਮਾਪਿਆਂ ਨੂੰ ਤੇ ਨਾ ਕਿਸੇ ਹੋਰ ਨੂੰ ਪਤਾ ਸੀ ਕਿ ਹੋਣੀ ਕਿਹੜੇ ਕਾਰਜ ਕਰਨ ਦੇ ਆਰ ਵਿੱਚ ਜੁਟੀ ਹੋਈ ਸੀ। ਵੱਡੇ ਘਰਾਂ ਦੇ ਜਵਾਨ ਮੁੰਡੇ ਕੁੜੀਆਂ ਅਕਸਰ ਵੱਡੇ ਹੀ ਸੁਪਨੇ ਲਿਆ ਕਰਦੇ ਨੇ। ਰੋਮਾਂਸ ਨਾਲ ਅਤੇ ਜਵਾਨੀ ਦੀਆਂ ਹੋਰ ਕਈ ਤਰ੍ਹਾਂ ਦੀਆਂ ਰੰਗੀਨੀਆਂ ਨਾਲ ਉਹਨਾਂ ਦੀਆਂ ਖੁਆਬਾਂ ਛਲ ਕਰਦੀਆਂ ਰਹਿੰਦੀਆਂ ਨੇ। ਇਹਨਾਂ ਖੁਆਬ ਖੰਭਾਂ ਨਾਲ ਉਹ ਉੱਚੇ ਮੰਡਲੀ ਉਡਾਰੀਆਂ ਲਾਉਂਦੇ ਰਹਿੰਦੇ ਨੇ। ਪਰ ਇਹ ਪੁੰਨਿਆ, ਇਹਦਾ ਬਾਬਾ ਆਦਮ ਹੀ ਕੁਝ ਵੱਖਰਾ ਸੀ। ਇਸ ਦੀਆਂ ਖੁਆਬਾਂ ਦਾ ਕੇਂਦਰ ਆਕਾਸ਼ਾਂ ਉੱਤੇ ਨਹੀਂ ਸਗੋਂ ਧਰਤੀ ਦੀਆਂ ਹਨੇਰੀਆਂ ਨੁਕਰਾਂ ਵਿੱਚ ਹੁੰਦਾ ਸੀ। ਮੇਰੇ ਸਿਰ ਤੋਂ ਉੱਪਰ ਕੀ ਹੈ, ਇਸ ਨੂੰ ਨਾ ਸੋਚਦੀ ਹੋਈ ਉਹ ਹਰ ਵੇਲੇ ਸੋਚਿਆ ਕਰਦੀ ਸੀ ਕਿ ਮੇਰੇ ਪੈਰਾਂ ਹੇਠ ਕੀ ਹੈ। ਉਸ ਦੀਆਂ ਅੱਖਾਂ ਅੱਗੇ ਹਰ ਵੇਲੇ ਉਹੀ ਪੈਰਾਂ ਹੇਠ ਕੁਚਲਦੀ ਹੋਈ ਤੇ ਹਨੇਰੇ ਖੁੰਝਿਆਂ ਵਿੱਚ ਗਲਦੀ ਹੋਈ ਦੁਨੀਆ ਮੌਜੂਦ ਰਹਿੰਦੀ ਸੀ। ਇਸ ਤੋਂ ਛੁੱਟ ਪੁੰਨਿਆ ਦੇ ਸੁਭਾਅ ਵਿੱਚ ਬਚਪਨ ਤੋਂ ਹੀ ਇੱਕ ਵਿਸ਼ੇਸ਼ਤਾ ਹੋਰ ਪਾਈ ਜਾਂਦੀ ਸੀ, ਜਿਸ ਨੂੰ ਗੁਣ ਕਹਿ ਲਓ ਭਾਵੇਂ ਔਗੁਣ, ਕਿ ਉਹ ਸਮਝੌਤਾ ਪਾਲਿਸੀ ਨੂੰ ਨਹੀਂ ਸੀ ਅਪਣਾ ਸਕਦੀ। ਉਹ ਹਾਂ ਕਰਨਾ ਜਾਣਦੀ ਸੀ ਜਾਂ ਨਾ ਕਰਨਾ, ਜਾਂ ਅਪਣਾਣਾ ਜਾਂ ਤਿਆਗਣਾ। ਉਸ ਦੇ ਨਜ਼ਦੀਕ ਅਪਣਾਈ ਹੋਈ ਚੀਜ਼ ਤਿਆਗੀ ਨਹੀਂ ਸੀ ਜਾ ਸਕਦੀ ਤੇ ਤਿਆਗੀ ਹੋਈ ਅਪਣਾਈ ਨਹੀਂ ਸੀ ਜਾ ਸਕਦੀ। ਇਸੇ ਕਰਕੇ ਕਦੀ ਆਪਣੇ ਪਰਿਵਾਰ ਵੱਲੋਂ ਉਸਨੂੰ ਅਮੋੜ ਜਾਂ ਜਿੱਦੀ ਦੀ ਪਦਵੀ ਵੀ ਮਿਲ ਜਾਇਆ ਕਰਦੀ ਸੀ। ਉਸ ਦੀ ਰਹਿਣੀ ਬਹਿਣੀ ਤੋਂ ਕਈ ਵਾਰੀ ਉਸਦੇ ਮਾਪੇ ਜਾਂ ਭੈਣ ਭਰਾ ਚਿੜ ਜਾਇਆ ਕਰਦੇ ਸਨ। ਘਰ ਵਿੱਚੋਂ ਜੇ ਜਮਾਦਾਰਨੀ ਨਿਕਲੀ
ਤਾਂ ਪੁੰਨਿਆ ਬੂਹੇ ਵਿੱਚ ਖੜੀ ਉਸੇ ਨਾਲ ਗੱਲੀ ਜੁਟ ਪਈ। ਜੇ ਕਿਸੇ ਘਾਹ ਵੇਚਣ ਵਾਲੀ ਬਾਗੜਿਆਨੀ ਨੂੰ ਤਬੇਲੇ ਵਿੱਚ ਪੰਡ ਸੁੱਟਣ ਤੋਂ ਬਾਅਦ ਤੰਗੜ ਝਾੜਦਿਆਂ ਤੱਕਿਆ ਤਾਂ ਉਸ ਉੱਤੇ ਹਮਦਰਦੀ ਭਰੇ ਸਵਾਲਾਂ ਦੀ ਇੱਕ ਲੰਮੀ ਲੜੀ ਸ਼ੁਰੂ ਕਰ ਦਿੱਤੀ। ਜੇ ਉਸਨੇ ਮੁਹੱਲੇ ਵਿੱਚੋਂ ਲੰਘਦੇ ਕਿਸੇ ਮੁਰਮਰਾ ਛੋਲੇ ਵੇਚਣ ਵਾਲੇ ਮੁੰਡੇ ਨੂੰ ਸਰਦੀ ਨਾਲ ਕੰਬਦੀ ਆਵਾਜ਼ ਵਿੱਚ ਹੋਕਾ ਦਿੰਦਿਆਂ ਤੱਕਿਆ ਤਾਂ ਦੂਣੇ ਪੈਸੇ ਦੇ ਕੇ ਉਸਦੀ ਮੁਰਮਰੇ ਵਾਲੀ ਥਾਲੀ ਵਿਹਲੀ ਕਰਵਾ ਲਈ ਤੇ ਬਾਲਾਂ ਵਿੱਚ ਵੰਡ ਦਿੱਤੀ। ਇੱਕ ਵਾਰੀ ਜਦੋਂ ਪੁੰਨਿਆ ਹਜੇ 8-10 ਵਰ੍ਹਿਆਂ ਦੀ ਸੀ, ਉਹਨਾਂ ਦੇ ਰਸੋਈ ਖਾਨੇ ਵਿੱਚ ਕੀੜਿਆਂ ਨੇ ਖੁੱਡ ਬਣਾ ਲਈ ਸੀ, ਜਿੱਥੋਂ ਨਿਕਲ ਕੇ ਉਹ ਖਾਣ ਪੀਣ ਵਾਲੇ ਭਾਂਡਿਆਂ ਵਿੱਚ ਜਾ ਦਾਖਲ ਹੁੰਦੇ ਸਨ। ਉਹਨਾਂ ਦੇ ਰਸੋਈਏ ਨੇ ਇੱਕ ਦਿਨ ਬਾਜ਼ਾਰੋਂ ਸੀਮੈਂਟ ਲਿਆ ਕੇ ਖੁੱਡ ਭਰ ਦਿੱਤਾ। ਰਸੋਈਏ ਨੂੰ ਤਾਂ ਕੁੜੀ ਨੇ ਕੁਝ ਨਾ ਕਿਹਾ, ਪਰ ਰਾਤੀ ਸੁੱਤਿਆਂ ਉਸਨੇ ਮਹਿਸੂਸ ਕੀਤਾ ਜਿਵੇਂ ਉਸਦਾ ਸਾਹ ਘੁੱਟ ਰਿਹਾ ਹੋਵੇ, ਜਿਵੇਂ ਉਸਨੂੰ ਕਿਸੇ ਐਸੀ ਕੋਠੜੀ ਵਿੱਚ ਡੱਕ ਦਿੱਤਾ ਗਿਆ ਹੋਵੇ ਜਿਸ ਦੇ ਅੰਦਰ ਕਿਸੇ ਰਸਤਿਓਂ ਵੀ ਹਵਾ ਨਹੀਂ ਆ ਸਕਦੀ। ਉਸ ਵੇਲੇ ਉਸਦੀਆਂ ਅੱਖਾਂ ਸਾਹਮਣੇ ਹਜ਼ਾਰਾਂ ਕਾਂਡੇ ਹਵਾ ਖੁਣੋਂ ਦਮ ਤੋੜ ਰਹੇ ਸਨ। ਉਹ ਅੱਛੋ ਪੋਲੇ ਹੀ ਮੰਜੇ ਤੋਂ ਉੱਠੀ ਤੇ ਰਸੋਈ ਵਿੱਚ ਜਾ ਕੇ ਇੱਕ ਚਾਕੂ ਦੀ ਮਦਦ ਨਾਲ ਖੁੱਡ ਵਿੱਚੋਂ ਸਾਰਾ ਸੀਮੈਂਟ ਕੱਢ ਆਈ। ਫਿਰ ਕਿਤੇ ਜਾ ਕੇ ਉਸਨੂੰ ਨੀਂਦਰ ਪਈ। ਉਸਦਾ ਇੱਕ ਭਤੀਜਾ ਜਿਹੜਾ ਬਹੁਤ ਹੀ ਸ਼ਿੰਦਾ ਤੇ ਜ਼ਾਲਮ ਤਬੀਅਤ ਦਾ ਸੀ, ਅਕਸਰ ਉਹ ਆਪਣੇ ਤੋਂ ਵੱਡੇ ਮੁੰਡਿਆਂ ਨੂੰ ਮਾਰ ਕੁੱਟ ਆਉਂਦਾ ਸੀ ਤੇ ਉਹ ਵਿਚਾਰੇ ਉਸ ਨਾਲੋਂ ਤਾਕਤਵਰ ਹੁੰਦੇ ਹੋਏ ਵੀ ਇਸ ਕਰਕੇ ਮਾਰ ਖਾ ਲੈਂਦੇ ਸਨ ਕਿ ਇਹ ਅਮੀਰ ਦਾ ਪੁੱਤਰ ਹੈ ਤੇ ਉਹ ਗਰੀਬ ਦੇ। ਪਰ ਮੁੰਡਾ ਆਪਣੀ ਭੂਆ ਦੀ ਕਰੋਪੀ ਤੋਂ ਨਹੀਂ ਸੀ ਬਚ ਸਕਦਾ, ਜਿਹੜਾ ਹਮੇਸ਼ਾ ਹੀ ਉਸਦੇ ਹੰਕਾਰੀ ਰਵੱਈਏ ਵਿਰੁੱਧ ਰੋਸ ਨਾਲ ਭਰੀ ਰਹਿੰਦੀ ਸੀ। ਫਿਰ ਇੱਕ ਸਮਾਂ ਆਇਆ ਜਦ ਹੋਣੀ ਦੇ ਝੱਖੜ ਨੇ ਦੇਸ਼ ਦੇ ਇੱਕ ਵੱਡੇ ਹਿੱਸੇ ਨੂੰ ਬਰਬਾਦੀ ਵਿੱਚ ਬਦਲ ਦਿੱਤਾ ਤੇ ਇਸੇ ਝੱਖੜ ਵਿੱਚ ਇੱਕ ਕੋਮਲ ਜਿਹੀ ਵੇਲ ਆਪਣੀ ਫੁਲਵਾੜੀ ਵਿੱਚੋਂ ਉਖੜ ਕੇ ਤੇ ਉੜਦੀ ਕਿਤੇ ਦੀ ਕਿਤੇ ਜਾ ਡਿੱਗੀ। ਉਸ ਲਈ ਰਾਜੇ ਦੀ ਰਾਣੀ ਬਣਨ ਦਾ ਮਹੂਰਤ ਹੀ ਨਹੀਂ ਆਇਆ। ਪੁੰਨਿਆ ਨੇ ਆਪਣਾ ਘਰ-ਬਾਰ ਸੜਦਾ ਵੇਖਿਆ। ਪੁੰਨਿਆ ਨੇ ਆਪਣੀਆਂ ਅੱਖਾਂ ਨਾਲ ਘਰ ਦੇ ਸਾਰੇ ਜੀਅ ਬੱਕਰਿਆਂ ਵਾਂਗ ਕੋਹੀ ਦੇ ਤੱਕੇ ਤੇ ਅਖੀਰ ਪੁੰਨਿਆ ਨੇ ਆਪਣੇ ਸਰੀਰ ਨੂੰ ਜਰਵਾਣਿਆਂ ਦੇ ਫੌਲਾਦੀ ਹੱਥਾਂ ਵਿੱਚ ਵੇਖਿਆ। ਸੁੱਤਿਆਂ ਜਿਸ ਤਰ੍ਹਾਂ ਸੁਪਨੇ ਵਿੱਚ ਸਾਰਾ ਕੁਝ ਵਾਪਰ ਜਾਂਦਾ ਹੈ, ਪੁੰਨਿਆ ਨੇ ਪਾਕਿਸਤਾਨ ਤੋਂ ਅੰਮ੍ਰਿਤਸਰ ਤੇ ਉੱਥੋਂ ਅੰਬਾਲੇ ਪਹੁੰਚ ਕੇ ਕੁਝ ਇਸੇ ਤਰ੍ਹਾਂ ਦਾ ਅਨੁਭਵ ਕੀਤਾ। ਉਸ ਲਈ ਇਹ ਸੁਪਨਾ ਹੀ ਸੀ, ਜਦਕਿ ਇੱਕ ਵੇਲੇ ਉਹ ਆਪਣੇ ਘਰ ਵਿੱਚ ਆਪਣੇ ਮਾਪਿਆਂ, ਭੈਣ ਭਰਾਵਾਂ ਤੇ ਸਹੇਲੀਆਂ ਦਾ ਸਾਥ ਮਾਣ ਰਹੀ ਸੀ, ਪਰ ਦੂਜੇ ਵੇਲੇ ਉਹ ਆਪਣੇ ਆਪ ਨੂੰ ਸੱਚਮੁੱਚ ਹੀ ਉਸ ਵੇਲ ਦੀ ਹਾਲਤ ਵਿੱਚ ਤੱਕ ਰਹੀ ਸੀ ਜਿਸ ਨੂੰ ਹਨੇਰੇ ਨੇ ਪੁੱਟ ਕੇ ਕਿੱਧਰ ਦੀ ਕਿੱਧਰ ਲੈ ਜਾ ਸੁੱਟਿਆ ਹੋਵੇ, ਜਿਸ ਦੇ ਫੁੱਲ ਤੇ ਕਲੀਆਂ ਸੁੱਕ ਗਏ ਹੋਣ, ਜਿਸ ਦੀਆਂ ਪੱਤੀਆਂ ਇੱਕ ਇੱਕ ਕਰਕੇ ਕਿਰ ਗਈਆਂ ਹੋਣ। ਅੱਜ ਪੁੰਨਿਆ ਇਸ ਦੁਨੀਆ ਵਿੱਚ ਕੱਲੀ ਹੈ। ਕੋਈ ਵੀ ਉਸਦਾ ਆਸਰਾ, ਪਰਨਾ ਜਾਂ ਸੰਗੀ ਸਾਥੀ ਬਾਕੀ ਨਹੀਂ ਰਿਹਾ। ਜੇ ਕੋਈ ਹੈ ਤਾਂ ਉਹੀ ਇੱਕ ਅੰਨਾ, ਅਪਾਹਿਜ ਤੇ ਨੀਮ ਪਾਗਲ ਮੁੰਡਾ। ਪੁੰਨਿਆ ਨੂੰ ਕੇਵਲ ਜਿਸ ਦੀ ਡੰਗੋਰੀ ਹੀ ਨਾ ਬਣਨਾ ਪੈਂਦਾ, ਸਗੋਂ ਉਹ ਕੁਝ ਵੀ ਜਿਹੜੀ ਉਹ ਵਾਸਤਵ ਵਿੱਚ ਹੈ ਨਹੀਂ ਸੀ, ਅਰਥਾਤ ਮਾਂ। ਪਰ ਸਭ ਕੁਝ ਗਵਾਚ ਜਾਣ ਦੇ ਬਦਲੇ ਜਿਹੜੀਆਂ ਇੱਕ ਦੋ ਚੀਜ਼ਾਂ ਇਸ ਕੁੜੀ ਨੂੰ ਲੱਭੀਆਂ, ਇਹ ਉਸ ਲਈ ਵਡਮੁੱਲੀਆਂ ਤੇ ਹਰ ਵੇਲੇ ਕੰਮ ਆਉਣ ਵਾਲੀਆਂ ਸਾਬਿਤ ਹੋਈਆਂ, ਬਲਕਿ ਹਰ ਆਉਣ ਵਾਲੇ ਖਤਰੇ ਤੋਂ ਉਸਦੀ ਰੱਖਿਆ ਕਰਨ ਵਾਲੀਆਂ ਵੀ। ਤੇ ਇੱਕ ਸੀ ਉਸਦਾ ਸਵੈ ਵਿਸ਼ਵਾਸ। ਅੱਜ ਜਿਸ ਹਾਲਤ ਵਿੱਚ ਉਹ ਹੈ, ਜੇ ਕੋਈ ਹੋਰ ਹੁੰਦੀ ਤਾਂ ਸ਼ਾਇਦ ਘਾਬਰ ਕੇ ਮਰ ਜਾਂਦੀ, ਕੱਲੀ ਤੇ ਬੇਸਰੋਸਾ ਮਾਨੀ ਦੀ ਹਾਲਤ ਵਿੱਚ। ਪਰ ਫਿਰ ਵੀ ਨਾ ਉਸਦੇ ਅੰਦਰ ਡਰ ਹੈ, ਨਾ ਕੋਈ ਸਹਿਮ ਤੇ ਨਾ ਹੀ ਇਸ ਗੱਲ ਦੀ ਚਿੰਤਾ ਕਿ ਅੱਗੇ ਨੂੰ ਕੀ ਬਣੇਗਾ। ਤੇ ਇਹ ਸਭ ਕੇਵਲ ਇਸ ਲਈ ਕਿ ਸਵੈ ਵਿਸ਼ਵਾਸ ਦਾ ਹਥਿਆਰ ਉਸ ਪਾਸ ਮੌਜੂਦ ਹੈ, ਜਿਸ ਦੀ ਮਦਦ ਨਾਲ ਉਹ ਹਰ ਦੁਸ਼ਮਣ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰਨ ਦਾ ਯਕੀਨ ਰੱਖਦੀ ਹੈ। ਦੂਸਰੀ ਚੀਜ਼ ਹੈ ਉਸ ਪਾਸ ਆਪਾ ਵੰਡਣ ਦੀ ਰੁਚੀ, ਕਿਸੇ ਦੇ ਦੁੱਖ ਤਕਲੀਫ ਨੂੰ ਘਟਾਉਣਾ, ਕਿਸੇ ਦੀ ਆਤਮਾ ਨੂੰ ਸੁੱਖ ਪਹੁੰਚਾਉਣ ਦਾ ਸੁਭਾਅ। ਪਤਾ ਨਹੀਂ ਕੁਦਰਤ ਦਾ ਇਹ ਭੇਦ ਉਸ ਉੱਤੇ ਕਿਸ ਤਰ੍ਹਾਂ ਖੁੱਲ੍ਹ ਗਿਆ ਕਿ ਕਿਸੇ ਦਾ ਦੁੱਖ ਦੂਰ ਕਰਨ ਲਈ ਨਾ ਦੌਲਤ ਦੀ ਲੋੜ ਹੈ, ਨਾ ਕਿਸੇ ਉਚੇਚੇ ਸਾਧਨ ਦੀ, ਬਲਕਿ ਦੋ ਮਿੱਠੇ ਬੋਲ, ਇੱਕ ਹਮਦਰਦਾਨਾ ਤੱਕਣੀ ਤੇ ਮਨ ਦਾ ਥੋੜਾ ਜਿਹਾ ਝੁਕਾਓ, ਬਸ। ਕੁਦਰਤ ਦੇ ਖਜ਼ਾਨੇ ਵਿੱਚੋਂ ਪ੍ਰਾਪਤ ਹੋਏ ਇਹਨਾਂ ਗੁਣਾਂ ਨੂੰ ਉਸਨੇ ਜਿੱਥੇ ਕਿਤੇ ਵੀ ਵਰਤ ਕੇ ਵੇਖਿਆ, ਹਰ ਰੋਗ ਲਈ ਇਹ ਰਾਮਬਾਣ ਸਾਬਿਤ ਹੋਏ। ਸਭ ਤੋਂ ਪਹਿਲਾਂ ਉਸਨੇ ਇਸ ਦੀ ਵਰਤੋਂ ਉਦੋਂ ਕੀਤੀ ਸੀ ਜਦੋਂ ਪਾਕਿਸਤਾਨੀ ਲੁਟੇਰਿਆਂ ਦੇ ਕਾਬੂ ਆਉਣ ਤੋਂ ਬਾਅਦ ਉਸਨੂੰ ਇੱਕ ਮੁਸਲਮਾਨ ਗੱਭਰੂ ਦੇ ਹਵਾਲੇ ਕਰ ਦਿੱਤਾ ਗਿਆ। ਉਸ ਤੋਂ ਬਾਅਦ ਪੁੰਨਿਆ ਨੇ ਇਸ ਦੀ ਵਰਤੋਂ ਉਦੋਂ ਕੀਤੀ ਜਦੋਂ ਉਸਨੇ ਇੱਕ ਅੰਨਾ, ਲੰਗੜਾ ਤੇ ਪਾਗਲ ਮੁੰਡਾ ਡਰਾਉਣੀ ਹਾਲਤ ਵਿੱਚ ਤੜਫਦਿਆਂ ਤੱਕਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਰਮੇ ਦਾ ਸਹਿਯੋਗ ਉਸ ਲਈ ਛੁੱਟ ਬਵਾਲ ਤੋਂ ਹੋਰ ਕੁਝ ਨਹੀਂ। ਫਿਰ ਵੀ ਪੁੰਨਿਆ ਨੂੰ ਇਸ ਵਿੱਚੋਂ ਇੱਕ ਰੂਹਾਨੀ ਤਸੱਲੀ ਦਾ ਅਨੁਭਵ ਹੁੰਦਾ, ਖਾਸ ਕਰਕੇ ਜਦੋਂ ਉਸ ਲਈ ਮਾਂ ਪੁਣੇ ਦਾ ਅਭਿਨੈ ਕਰ ਰਹੀ ਹੁੰਦੀ ਤਾਂ ਕਈ ਵਾਰ ਉਹ ਭੁੱਲ ਹੀ ਜਾਂਦੀ ਕਿ ਉਹ ਕਿਸੇ ਓਪਰੇ ਮੁੰਡੇ ਲਈ ਕੁਝ ਕਰ ਰਹੀ ਹੈ। ਉਸ ਦੇ ਅੰਦਰੋਂ ਵਾਸਤਵਿਕ ਮਾਂ ਪੁਣਾ ਉਗਮ ਕੇ ਉਸ ਦੇ ਜਜ਼ਬਿਆਂ ਉੱਤੇ ਕਾਬੂ ਪਾ ਲੈਂਦਾ ਤੇ ਪੁੰਨਿਆ ਉਸ ਵੇਲੇ ਆਪਣੇ ਆਪ ਨੂੰ ਨਕਲੀ ਨਹੀਂ, ਅਸਲੀ ਮਾਂ ਅਨੁਭਵ ਕਰਨ ਲੱਗ ਪੈਂਦੀ। ਭਾਵੇਂ ਕਿ ਇਹ ਨਕਲੀ ਮਾਂ ਪੁਣੇ ਦਾ ਸੌਦਾ ਉਸਨੂੰ ਕਈਆਂ ਹਾਲਤਾਂ ਵਿੱਚ ਸਖਤ ਮਹਿੰਗਾ ਪੈਂਦਾ। ਉਸਨੇ ਅਨੇਕਾਂ ਵਾਰੀ ਇਸ ਮੁੰਡੇ ਨੂੰ ਸਮਝਾਇਆ, ਕਈ ਤਰ੍ਹਾਂ ਦੇ ਪੱਜ ਪਾ ਕੇ ਉਸਨੂੰ ਜ਼ਹਿਨ ਨਸ਼ੀਨ ਕਰਾਉਣ ਦੀ ਕੋਸ਼ਿਸ਼ ਕੀਤੀ,
ਕਿ ਉਸਨੂੰ ਮਾਂ ਦੇ ਥਾਂ ਬੀਬੀ ਕਹਿ ਕੇ ਸੱਦਿਆ ਕਰੇ, ਪਰ ਉਹਦੇ ਬਾਜ਼ ਨਾ ਆਉਣ ਦੀ ਵਜ੍ਹਾ ਸੀ ਉਸਦੀ ਦਿਮਾਗੀ ਖਰਾਬੀ। ਪਰਮੇ ਲਈ ਇਹ ਅਣਹੋਣੀ ਗੱਲ ਸੀ ਕਿ ਜਿਹੜੀ ਉਸਦੀ ਮਾਂ ਹੈ, ਭਾਵੇਂ ਦਿਮਾਗੀ ਫਤੂਰ ਕਰਕੇ ਹੀ ਸਹੀ, ਉਸਨੂੰ ਉਹ ਕੁਝ ਹੋਰ ਕਹਿ ਕੇ ਬੁਲਾਵੇ। ਕਿਸੇ ਆਂਢੀ ਗੁਆਂਢੀ ਜਾਂ ਉਪਰੇ ਦੇ ਸਾਹਮਣੇ ਜੇ ਪਰਮਾ ਉਸਨੂੰ ਮਾਂ ਕਹਿ ਕੇ ਬੁਲਾਵੇ ਤਾਂ ਜ਼ਰੂਰੀ ਸੀ ਕਿ ਸੁਣਨ ਵਾਲਾ ਸੋਚੇ, 12 ਵਰ੍ਹਿਆਂ ਦਾ ਮੁੰਡਾ 20 ਵਰ੍ਹਿਆਂ ਦੀ ਕੁੜੀ ਦਾ ਪੁੱਤਰ ਕਿੱਕਰ ਹੋਇਆ। ਕੀ 8 ਵਰ੍ਹਿਆਂ ਦੀ ਉਮਰੇ ਇਹ ਇਸ ਨੂੰ ਜੰਮ ਪਿਆ ਸੀ? ਪੁੰਨਿਆ ਲਈ ਇਹ ਸਮੱਸਿਆ ਘੱਟ ਦੁਖਦਾਈ ਨਹੀਂ ਸੀ, ਪਰ ਇਸ ਦਾ ਇਲਾਜ ਛੁੱਟ ਇਸ ਤੋਂ ਹੋਰ ਕੋਈ ਨਹੀਂ ਸੀ ਕਿ ਜਾਂ ਤਾਂ ਉਹ ਹਮੇਸ਼ਾ ਲਈ ਪਰਮੇ ਨੂੰ ਆਪਣੇ ਤੋਂ ਦੂਰ ਕਰ ਦੇਵੇ ਜਾਂ ਕੋਈ ਲੋਕ ਲਾਜ ਦੀ ਪਰਵਾਹ ਨਾ ਕਰਦੀ ਹੋਈ ਜਿਸ ਰਸਤੇ ਟੁਰੀ ਹੈ ਟੁਰਦੀ ਚਲੇ। ਲੋਕੀ ਜੇ ਉਸਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਨੇ ਤਾਂ ਵੇਖੀ ਜਾਣ, ਉਸਨੂੰ 8 ਵਰ੍ਹਿਆਂ ਦੀ ਉਮਰੇ ਮਾਂ ਬਣ ਗਈ ਦਾ ਫਤਵਾ ਦਿੰਦੇ ਨੇ ਤਾਂ ਦੇਈ ਜਾਣ। ਪਰ ਪੁੰਨਿਆ ਦੀ ਆਤਮਾ ਵਿੱਚ ਸ਼ਾਇਦ ਹਜੇ ਇੰਨਾ ਬਲ ਨਹੀਂ ਸੀ ਆਇਆ। ਲੋਕ ਲਾਜ ਨੂੰ ਚੀਥੜਾ ਸਮਝ ਕੇ ਇੱਕਦਮ ਸੁੱਟ ਛੱਡਣ ਦੀ ਸ਼ਕਤੀ ਹਾਲੇ ਉਸ ਅੰਦਰ ਪੂਰੀ ਤਰ੍ਹਾਂ ਜਾਗਰਤ ਨਹੀਂ ਸੀ ਹੋਈ, ਜਿਸ ਕਰਕੇ ਉਸਨੂੰ ਇੱਕ ਵਿੱਚ ਵਿਚਾਲੇ ਰਾਹ ਚੁਣਨਾ ਪਿਆ ਤੇ ਇਹ ਰਾਹ ਸੀ ਕੈਂਪ ਦਾ ਵਾਸ ਛੱਡ ਕੇ ਕਿਸੇ ਨਵੇਕਲੇ ਤੇ ਗੁਮਨਾਮ ਜਿਹੇ ਥਾਂ ਲੁਕ ਬਹੇ। ਸੋ ਉਸਨੇ ਐਵੇਂ ਕੀਤਾ, ਪਰ ਉਸਨੂੰ ਕੀ ਪਤਾ ਸੀ ਕਿ ਗੁਮਨਾਮੀ ਵਿੱਚੋਂ ਨਿਕਲ ਕੇ ਉਸਨੂੰ ਆਮ ਦੁਨੀਆ ਦੇ ਸਾਹਮਣੇ ਪੇਸ਼ ਹੋਣਾ ਪਵੇਗਾ। ਪਰਮੇ ਦੀ ਬਿਮਾਰੀ ਕਰਕੇ ਪੁੰਨਿਆ ਨੂੰ ਸਕੂਲੋਂ 1 ਹਫ਼ਤੇ ਦੀ ਛੁੱਟੀ ਲੈਣੀ ਪਈ। ਜਿਸ ਦਿਨ ਤੋਂ ਮੁੰਡੇ ਉੱਤੇ ਟੈਟਨਸ ਦਾ ਅਟੈਕ ਹੋਇਆ, ਉਸ ਤੋਂ ਦੂਜੇ ਦਿਨ ਹੀ। ਇਸ ਹਾਲਤ ਵਿੱਚ ਰੋਗੀ ਨੂੰ ਇਕੱਲਿਆਂ ਛੱਡ ਕੇ ਜਾਣਾ ਉਸ ਲਈ ਮੁਸ਼ਕਿਲ ਸੀ। ਇੱਕ ਅੱਖਾਂ ਤੋਂ ਹੀਣ, ਦੂਜਾ ਬਿਮਾਰ, ਜਿਸ ਬਾਬਤ ਡਾਕਟਰ ਆਨੰਦ ਨੇ ਕਿਹਾ ਸੀ ਪਤਾ ਨਹੀਂ ਕਿਸ ਵੇਲੇ ਇਸ ਨੂੰ ਦੌਰਾ ਪੈ ਜਾਵੇ। ਇਸ ਉੱਤੇ ਪਰਮੇ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਪੁੰਨਿਆ ਉਸਨੂੰ 1000 ਵਾਰੀ ਸਮਝਾ ਕੇ ਚੇਤਾਵਨੀਆਂ ਕਰਕੇ ਬਾਹਰ ਨਿਕਲਦੀ, ਪਰ ਉਹ ਭਾਵੇਂ ਕਿਸੇ ਵੀ ਹਾਲਤ ਵਿੱਚ ਹੁੰਦਾ ਉੱਠ ਕੇ ਉਸਨੂੰ ਲੱਭਣ ਚੜ ਪੈਂਦਾ। ਅਨੇਕਾਂ ਵਾਰੀ ਉਸਨੇ ਪੁੰਨਿਆ ਪਾਸ ਸੌਹਾਂ ਸੁਗੰਧਾਂ ਚੁੱਕੀਆਂ ਕਿ ਹੁਣ ਉਹ ਕਦੀ ਵੀ ਮੰਜੇ ਤੋਂ ਪੈਰ ਹੇਠਾਂ ਨਹੀਂ ਉਤਾਰੇਗਾ, ਪਰ ਜਿਉਂ ਹੀ ਪੁੰਨਿਆ ਦਾ ਕਦਮ ਘਰੋਂ ਬਾਹਰ ਹੁੰਦਾ ਕਿ ਪਰਮੇ ਨੂੰ ਸਾਰੇ ਇਕਰਾਰ ਭੁੱਲ ਜਾਂਦੇ। ਪਹਿਲਾਂ ਪੁੰਨਿਆ ਨੂੰ ਉਸਦੀ ਇਸ ਮੂਰਖਤਾ ਉੱਤੇ ਗੁੱਸਾ ਆਇਆ ਕਰਦਾ। ਉਹ ਅਕਸਰ ਉਸਨੂੰ ਝਿੜਕਿਆ ਫਿਟਕਾਰਿਆ ਕਰਦੀ ਸੀ, ਪਰ ਜਦ ਉਸਨੂੰ ਯਕੀਨ ਹੋ ਗਿਆ ਕਿ ਇਹ ਉਸਦੇ ਦਿਮਾਗੀ ਅਸੰਤੁਲਨ ਦਾ ਫਲ ਹੈ ਤਾਂ ਉਸਨੇ ਖਪਣਾ ਖਿਜਣਾ ਛੱਡ ਦਿੱਤਾ। ਪੁੰਨਿਆ ਦੀ ਜ਼ਿੰਦਗੀ ਵਿੱਚ ਇੱਕ ਨਵੇਂ ਕਾਂਡ ਦੀ ਲਿਖਤ ਸ਼ੁਰੂ ਹੋਈ ਜਦ ਤੋਂ ਉਸਦੇ ਘਰ ਵਿੱਚ ਡਾਕਟਰੀ ਦਾ ਫਰਜ਼ ਨਿਭਾਉਣ ਲਈ ਡਾਕਟਰ ਆਨੰਦ ਨੇ ਆਉਣਾ ਸ਼ੁਰੂ ਕੀਤਾ। ਡਾਕਟਰ ਆਨੰਦ ਦੇ ਚਿਹਰੇ ਉੱਤੇ ਪਹਿਲੀ ਵਾਰ ਕਿਸੇ ਇਸਤਰੀ ਦਾ ਪਰਤੋ ਪਿਆ ਜਦ ਕੈਂਪ ਦੇ ਹਸਪਤਾਲ ਵਿੱਚ ਉਸਨੇ ਪੁੰਨਿਆ ਨੂੰ ਤੱਕਿਆ। ਉਸ ਤੋਂ ਬਾਅਦ ਦੂਜੀ ਵੇਰਾ ਜਦ ਉਸੇ ਪੁੰਨਿਆ ਨੂੰ ਉਸਨੇ ਆਪਣੇ ਘਰ ਦੇ ਬੂਹੇ ਅੱਗੇ ਗਰਜਦਿਆਂ ਵੇਖਿਆ ਤਾਂ ਪੁੰਨਿਆ ਨਾ ਕੇਵਲ ਉਸ ਲਈ ਸੋਚਣ ਦਾ ਮਜਮੂਨ ਬਲਕਿ ਉਸਦੇ ਅੰਦਰ ਕੋਈ ਵਿਲੱਖਣ ਜਿਹਾ ਨਿੱਘ ਪੈਦਾ ਕਰਨ ਦਾ ਕਾਰਨ ਵੀ ਬਣ ਗਈ। ਪੁੰਨਿਆ ਨੂੰ ਉਸਨੇ ਪਹਿਲਾਂ ਕੇਵਲ ਸਰੀਰਕ ਤੌਰ ਤੇ ਹੀ ਸੁੰਦਰੀ ਸਮਝਿਆ ਸੀ, ਪਰ ਜਦ ਉਸਨੂੰ ਉਸਦੀ ਆਤਮਾ ਉੱਤੇ ਝਾਤੀ ਮਾਰਨ ਦਾ ਮੌਕਾ ਮਿਲਿਆ ਤਾਂ ਉਸਨੂੰ ਨਿਸ਼ਚਾ ਹੋ ਗਿਆ ਕਿ ਰੂਹਾਨੀ ਤੇ ਇਖਲਾਕੀ ਤੌਰ ਤੇ ਉਦੋਂ ਵੀ ਕਿਤੇ ਵੱਧ ਚੜ ਕੇ ਪੁੰਨਿਆ ਰੂਪਵਤੀ ਹੈ। ਉਸਦੀਆਂ ਅੱਖਾਂ ਅੱਗੇ ਉਹ ਚੀਜ਼ ਮੌਜੂਦ ਸੀ ਜਿਸ ਦੀ ਪ੍ਰਾਪਤੀ ਲਈ ਉਸਦੀ ਰੂਹ ਯੁੱਗਾਂ ਤੋਂ ਭਾਲ ਵਿੱਚ ਸੀ। ਪਹਿਲੇ ਦਿਨ ਤੋਂ ਬਾਅਦ ਦੂਜੇ ਦਿਨ ਤੇ ਦੂਜੇ ਦਿਨ ਤੋਂ ਬਾਅਦ ਤੀਜੇ ਦਿਨ ਡਾਕਟਰ ਨੂੰ ਪੁੰਨਿਆ ਦੇ ਮਕਾਨ ਤੇ ਜਾਣਾ ਪਿਆ ਤੇ ਦਿਨ ਵਿੱਚ 2 ਵਾਰੀ। ਜਿੰਨੀ ਵਾਰੀ ਵੀ ਉਹ ਡਾਕਟਰ ਬਣ ਕੇ ਉਸਦੇ ਘਰ ਆਇਆ, ਉਨੀ ਵਾਰੀ ਹੀ ਉਲਟਾ ਸਗੋਂ ਮਰੀਜ਼ ਬਣ ਕੇ ਮੁੜਿਆ। ਭੇਦ ਜਿਉਂ-ਜਿਉਂ ਖੁੱਲਦੇ ਗਏ, ਪਿਆਰ ਚੰਦਰਮਾ ਦੀਆਂ ਰਿਸ਼ਮਾਂ ਤਿਉਂ-ਤਿਉਂ ਦੋਹਾਂ ਦਿਲਾਂ ਨੂੰ ਪ੍ਰਕਾਸ਼ਮਾਨ ਕਰਦੀਆਂ ਗਈਆਂ, ਪਰ ਦੋਹਾਂ ਵਿੱਚੋਂ ਕਿਸੇ ਨੂੰ ਵੀ ਹਿੰਮਤ ਨਾ ਪਈ ਦਿਲ ਦਾ ਭੇਦ ਪ੍ਰਗਟ ਕਰਨ ਦੀ। ਦੋਵੇਂ ਹੀ ਲੱਗਦੀ ਵਾਇਸ ਨੂੰ ਲੁਕਾਉਣ ਦਾ ਯਤਨ ਕਰਦੇ ਚਲੇ ਜਾ ਰਹੇ ਸਨ। ਪਿਆਰ ਦੀ ਇਹੋ ਤਾਂ ਵਿਸ਼ੇਸ਼ਤਾ ਹੈ ਕਿ ਉਸ ਨੂੰ ਜਿੰਨਾ ਲੁਕਾਉਣ ਜਾਂ ਦਬਾਉਣ ਦੀ ਕੋਸ਼ਿਸ਼ ਕਰੋ, ਉਹਨਾਂ ਸਗੋਂ ਵਧੇਰੇ ਵੱਧਦਾ ਫੈਲਦਾ ਹੈ। ਪਰ ਮੈਨੂੰ ਮੁੜ ਕੇ ਟੈਟਨਸ ਦਾ ਦੌਰਾ ਨਹੀਂ ਪਿਆ, ਜਿਸ ਦਾ ਸਬਬ ਇੱਕ ਤਾਂ ਟੀਕਿਆਂ ਦਾ ਕੋਰਸ ਤੇ ਜ਼ਖਮ ਦੀ ਸੁਚੱਜੀ ਸੰਭਾਲ ਸੀ, ਦੂਜਾ ਪੁੰਨਿਆ ਦੀ ਹਰ ਵੇਲੇ ਦੀ ਮੌਜੂਦਗੀ ਕਾਰਨ ਹੁਣ ਉਸਨੂੰ ਕਿਤੇ ਜਾਣ ਆਉਣ ਦੀ ਲੋੜ ਨਹੀਂ ਸੀ ਪੈਂਦੀ। ਉਸਦਾ ਜ਼ਖਮ ਦਿਨੋਂ ਦਿਨ ਠੀਕ ਹੁੰਦਾ ਜਾਣ ਕਰਕੇ ਜਾਂ ਹੋਰ ਕਿਸੇ ਕਾਰਨ ਪੁੰਨਿਆ ਦਾ ਦਿਲ ਵੀ ਇਹਨਾਂ ਦਿਨਾਂ ਵਿੱਚ ਕਾਫੀ ਪ੍ਰਸੰਨ ਰਹਿਣ ਲੱਗ ਪਿਆ ਸੀ। ਪਹਿਲਾਂ ਉਸਦੇ ਚਿਹਰੇ ਉੱਤੇ ਜਿਹੜੇ ਕਦੀ-ਕਦੀ ਚਿੰਤਾ ਤੇ ਨਿਰਾਸ਼ਤਾ ਦੇ ਪਰਛਾਵੇਂ ਦਿਖਾਈ ਦਿਆ ਕਰਦੇ ਸਨ, ਉਹਨਾਂ ਦੇ ਥਾਂ ਹੁਣ ਕਿਸੇ ਅਣਜਾਣੇ ਹੁਲਾਸ ਦੀ ਚਮਕ ਮੌਜੂਦ ਰਹਿੰਦੀ। ਉਸ ਨੂੰ ਆਪਣੇ ਧੁੰਦਲੇ ਭਵਿੱਖ ਵਿੱਚ ਹੁਣ ਕਦੀ-ਕਦੀ ਆਸ਼ਾ ਦੀ ਕੋਈ ਚਿੱਟੀ ਲਕੀਰ ਦਿਖਾਈ ਦੇ ਕੇ ਉਸਦੇ ਹਿਰਦੇ ਵਿੱਚ ਇੱਕ ਮਿੱਠੀ ਜਿਹੀ ਝਰਨਾਹਟ ਛੇੜ ਜਾਂਦੀ। ਪੁੰਨਿਆ ਨੇ ਜਿਹੜੀ ਹਫ਼ਤੇ ਦੀ ਛੁੱਟੀ ਲਈ ਸੀ ਉਹ ਖਤਮ ਹੋਣ ਵਾਲੀ ਸੀ। ਇਸ ਵੇਲੇ ਉਹ ਬਰਾਂਡੇ ਵਿੱਚ ਖੜੋਤੀ ਇਸੇ ਫਿਕਰ ਵਿੱਚ ਡੁੱਬੀ ਹੋਈ ਸੀ ਕਿ ਛੁੱਟੀ ਖਤਮ ਹੋਣ ਤੋਂ ਬਾਅਦ ਕੀ ਬਣੇਗਾ, ਪਰ ਇਸ ਦੇ ਨਾਲ ਹੀ ਕੁਝ ਤਸੱਲੀ ਵੀ ਉਸਦੇ ਦਿਲ ਨੂੰ ਹੈ ਸੀ। ਡਾਕਟਰ ਆਨੰਦ ਕੱਲ ਸ਼ਾਮੀ ਜਾਂਦਾ ਹੋਇਆ ਕਹਿ ਗਿਆ ਸੀ ਕਿ ਉਸ ਲਈ ਇੱਕ ਮਕਾਨ ਦਾ ਤੇ ਨਾਲੇ ਨੌਕਰੀ ਦਾ ਪ੍ਰਬੰਧ ਕਰ ਰਿਹਾ ਹੈ। ਪੁੰਨਿਆ ਇਸ ਵੇਲੇ ਬਰਾਂਡੇ ਵਿੱਚ ਖੜੀ ਕਿਸੇ ਨੂੰ ਬੇਸਬਰੀ ਨਾਲ ਉਡੀਕ ਰਹੀ ਸੀ ਤੇ ਛੁੱਟ ਡਾਕਟਰ ਆਨੰਦ ਤੋਂ ਹੋਰ ਕੌਣ ਹੋ ਸਕਦਾ ਸੀ। ਅੱਜ ਉਹ ਸਵੇਰੇ ਪੱਟੀ ਕਰਨ ਨਹੀਂ ਸੀ ਆਇਆ, ਜਿਹੜੀ ਕਿ 7 ਵਜੇ ਤੋਂ ਪਹਿਲਾਂ ਹੋ ਜਾਇਆ ਕਰਦੀ ਸੀ। ਤਾਂ ਹੀ ਉਸਦੀ ਨਜ਼ਰ ਇੱਕ ਟਾਂਗੇ ਉੱਤੇ ਪਈ
ਜਿਹੜਾ ਇਸੇ ਪਾਸੇ ਆ ਰਿਹਾ ਸੀ। ਟਾਂਗੇ ਦੀ ਅਗਲੀ ਸੀਟ ਤੇ ਇੱਕ ਰਫਿਊਜੀ ਜਿਹਾ ਕੋਚਵਾਨ ਤੇ ਪਿਛਲੀ ਉੱਤੇ ਮਧਰੇ ਜਿਹੇ ਕੱਦ ਦਾ ਕੋਈ ਹੋਰ ਬੈਠਾ ਸੀ। ਪਿਛਲੀ ਸਵਾਰੀ ਵੱਲ ਤੱਕ ਕੇ ਪੁੰਨਿਆ ਨੂੰ ਇੰਝ ਜਾਪਿਆ ਜਿਵੇਂ ਉਸਨੂੰ ਉਹ ਇਸ ਤੋਂ ਪਹਿਲਾਂ ਵੀ ਵੇਖ ਚੁੱਕੀ ਹੈ। ਉਸ ਆਦਮੀ ਦੇ ਨੰਗੇ ਸਿਰ ਵਿਚਲੀ ਟਿਟਰੀ ਨੂੰ ਜਦ ਉਸਨੇ ਧਿਆਨ ਨਾਲ ਤੱਕਿਆ ਤਾਂ ਉਸਨੂੰ ਯਾਦ ਆ ਗਿਆ ਕਿ ਇਹ ਉਹੀ ਕੰਪਾਊਂਡਰ ਹੈ ਜਿਸ ਨਾਲ ਉਸ ਰਾਤੀ ਇਸ ਦੀ ਝੜਪ ਹੋਈ ਸੀ। ਟਾਂਗਾ ਘਰ ਦੇ ਕੋਲ ਆ ਕੇ ਰੁਕਿਆ। ਹੱਥ ਵਿੱਚ ਰੁੱਕਾ ਫੜੀ ਕੰਪਾਊਂਡਰ ਟਾਂਗੇ 'ਚ ਉਤਰਿਆ। ਮਕਾਨ ਦੇ ਨੰਬਰਾਂ ਵੱਲ ਵੇਖਦਾ ਉਹ ਅਗਾਂਹ ਤੁਰਿਆ ਆਇਆ। ਜਿਉਂ ਹੀ ਬੂਹੇ ਵਿੱਚ ਖੜੀ ਪੁੰਨਿਆ ਉੱਤੇ ਉਸਦੀ ਨਜ਼ਰ ਪਈ ਕਿ ਰੁੱਕਾ ਉਸਨੇ ਉਸਨੂੰ ਫੜਾ ਦਿੱਤਾ ਬਿਨਾਂ ਕੁਝ ਪੁੱਛਿਆ ਹੀ। ਸ਼ਾਇਦ ਉਸਨੇ ਵੀ ਪੁੰਨਿਆ ਨੂੰ ਪਹਿਚਾਨ ਲਿਆ ਸੀ। ਪੁੰਨਿਆ ਨੇ ਰੁੱਕਾ ਪੜਿਆ। ਪੁੰਨਿਆ ਦੇਵੀ, ਮੈਨੂੰ ਅਫਸੋਸ ਹੈ ਕਿ ਇੱਕ ਸਪੈਸ਼ਲ ਕੇਸ ਆ ਜਾਣ ਕਰਕੇ ਮੈਂ ਸਵੇਰੇ ਨਹੀਂ ਆ ਸਕਿਆ, ਜਿਹਾ ਕਿ ਕੱਲ ਆਉਂਦਾ ਹੋਇਆ ਕਹਿ ਆਇਆ ਸਾਂ। ਥਾਂ ਦਾ ਇੰਤਜ਼ਾਮ ਤੁਹਾਡੇ ਲਈ ਕਰ ਛੱਡਿਆ ਹੈ, ਸੋ ਤੁਸੀਂ ਬਾਬੂ ਮਦਨ ਗੋਪਾਲ ਨਾਲ ਸਮਾਨ ਸਮੇਤ ਆਪਣੇ ਨਵੇਂ ਮਕਾਨ ਤੇ ਪਹੁੰਚ ਜਾਣਾ। ਮੈਂ ਸ਼ਾਇਦ ਸ਼ਾਮ ਤੋਂ ਪਹਿਲਾਂ ਨਾ ਮੁੜ ਸਕਾਂ। ਸ਼ਹਿਰੋਂ ਬਾਹਰ ਜਾ ਰਿਹਾ ਹਾਂ। G.S. ਆਨੰਦ। ਰੁੱਕਾ ਪੜ੍ਹ ਕੇ ਪੁੰਨਿਆ ਦੋ ਦਲੀਲੀਆਂ ਵਿੱਚ ਪੈ ਗਈ। ਉਸਨੇ ਭਾਵੇਂ ਮਕਾਨ ਬਦਲਣ ਵਾਲੇ ਪ੍ਰਸਤਾਵ ਨੂੰ ਡਾਕਟਰ ਦੇ ਮੂੰਹ ਤੇ ਨਾਮਨਜ਼ੂਰ ਨਹੀਂ ਸੀ ਕੀਤਾ, ਪਰ ਉਸਦਾ ਇਹ ਖਿਆਲ ਵੀ ਨਹੀਂ ਸੀ ਕਿ ਇੰਨੀ ਛੇਤੀ ਉਸ ਲਈ ਰਾਹਦਾਰੀ ਦਾ ਪਰਵਾਨਾ ਆ ਜਾਏਗਾ। ਹੀਲ ਹੁਜਤ ਲਈ ਵੀ ਤਾਂ ਗੁੰਜਾਇਸ਼ ਕੋਈ ਨਹੀਂ ਸੀ। ਸੋ ਉਸਨੇ ਅੰਦਰ ਜਾ ਕੇ ਪਰਮੇ ਨੂੰ ਜਗਾਇਆ, ਜਿਹੜਾ ਰੋਟੀ ਖਾ ਕੇ ਥੋੜੀ ਦੇਰ ਹੋਈ ਸੁੱਤਾ ਸੀ, ਤੇ ਆਪ ਛੇਤੀ ਛੇਤੀ ਘਰ ਦਾ ਸੰਖੇਪ ਜਿਹਾ ਸਮਾਨ ਇਕੱਠਾ ਕਰਨ ਲੱਗੀ। ਅੰਕ 10ਵਾਂ। ਕਈ ਦਿਨ ਲੰਘ ਗਏ ਪਰ ਮੁੜ ਕੇ ਸ਼ਿੰਬੂ ਨੂੰ ਆਪਣੇ ਦੋਸਤ ਦੀ ਸ਼ਕਲ ਵਿਖਾਈ ਨਾ ਦਿੱਤੀ। ਹੈਰਾਨੀ ਉਸਨੂੰ ਇਸ ਗੱਲ ਦੀ ਸੀ ਕਿ ਉਸਦੇ ਨਵਲ ਕਿਸ਼ੋਰ ਉਸਨੂੰ ਯਕੀਨ ਦਿਵਾ ਗਿਆ ਸੀ ਕਿ ਸ਼ੁਕਲ ਹੋਰਾਂ ਨਾਲ ਉਸਦੀ ਜੋ ਵੀ ਗੱਲਬਾਤ ਹੋਵੇਗੀ ਉਹ ਆ ਕੇ ਉਸਨੂੰ ਦੱਸੇਗਾ। ਪਰ ਇੱਕਦਮ ਐਡੀ ਲੰਮੀ ਟੁੰਬੀ। ਉਸਨੂੰ ਡਰ ਲੱਗ ਰਿਹਾ ਸੀ ਕਿ ਮੂਰਖ ਜਿਹਾ ਮਤੇ ਕਿਸੇ ਹੋਰ ਮੁਸੀਬਤ ਵਿੱਚ ਫਸ ਗਿਆ ਹੋਵੇ। ਛੇਕੜ ਦੁਪਹਿਰਾਂ ਦੀ ਰੋਟੀ ਖਾ ਕੇ ਉਹ ਆਪ ਹੀ ਕੈਂਪ ਵੱਲ ਤੁਰ ਪਿਆ, ਪਰ ਉੱਥੇ ਜਾ ਕੇ ਵਿਚਾਰੇ ਨੂੰ ਨਿਰਾਸਤਾ ਦਾ ਮੂੰਹ ਵੇਖਣਾ ਪਿਆ। ਨਵਲ ਕਿਸ਼ੋਰ ਘਰ ਨਹੀਂ ਸੀ। ਮੱਗਰ ਮੱਲ ਅਫੀਮ ਦਾ ਗੋਲਾ ਚੜਾਈ ਅੰਦਰ ਆਪਣੀ ਮੰਜੀ ਉੱਤੇ ਘੁਰਾੜੇ ਮਾਰ ਰਿਹਾ ਸੀ ਤੇ ਨਿਹਾਲੋ ਬਾਹਰ ਬੈਠੀ ਚਰਖਾ ਕੱਤ ਰਹੀ ਸੀ। ਐਤਵਾਰ ਦੀ ਛੁੱਟੀ ਕਰਕੇ ਰੋਟੀ ਟੁੱਕ ਦਾ ਕੰਮ ਲੀਲੋ ਸ਼ੀਲੋ ਪਈਆਂ ਕਰਦੀਆਂ ਸਨ। ਛੋਟੀ ਪਾਰਲੇ ਤੰਬੂ ਤੋਂ ਬਾਹਰ ਆਪਣੀਆਂ ਸਹੇਲੀਆਂ ਨਾਲ ਖੇਡ ਰਹੀ ਸੀ ਤੇ ਵੱਡੀ ਆਟਾ ਪਈ ਗੁੰਦੀ ਸੀ। ਕੁਮਾਰ ਦਾ ਤਾਂ ਸਾਰਾ ਦਿਨ ਪਤਾ ਹੀ ਨਹੀਂ ਸੀ ਹੁੰਦਾ ਜੋ ਕਿੱਥੇ ਰਹਿੰਦਾ ਹੈ। ਉਹ ਉਦੋਂ ਹੀ ਘਰ ਆਉਂਦਾ ਜਦੋਂ ਭੁੱਖ ਲੱਗੇ। ਸ਼ਿੰਬੋ ਨੂੰ ਨਿਹਾਲੋ ਆਪਣੇ ਪੁੱਤਰ ਦਾ ਨਾ ਕੇਵਲ ਸ਼ੁਭ ਚਿੰਤਕ ਦੋਸਤ ਹੀ ਸਮਝਦੀ ਸੀ, ਬਲਕਿ ਉਹ ਇਸ ਗੱਭਰੂ ਨੂੰ ਅਕਲ, ਤਜਰਬੇ ਤੇ ਇਲਮ ਵਿੱਚ ਵੀ ਆਪਣੇ ਮੁੰਡੇ ਨਾਲੋਂ ਢੇਰ ਸਿਆਣਾ ਖਿਆਲ ਕਰਦੀ ਸੀ। ਤੰਬੂ ਤੋਂ ਬਾਹਰ ਜਦ ਸ਼ਿੰਬੂ ਤੱਪੜ ਤੇ ਬੈਠ ਗਿਆ ਤਾਂ ਨਿਹਾਲੋ ਉਸਦੇ ਲਾਗੇ ਬੈਠਦੀ ਹੋਈ ਉਸਨੂੰ ਕਹਿਣ ਲੱਗੀ, ਸ਼ਿੰਬੂ, ਤੂੰ ਚੇਤੂ ਦਾ ਦੋਸਤ ਵੀ ਹੈ ਤੇ ਵੱਡਾ ਭਰਾ ਵੀ। ਕਈਆਂ ਦਿਨਾਂ ਤੋਂ ਤੈਨੂੰ ਮਿਲਣ ਪਈ ਕਰਦੀ ਸਾਂ। ਸਬਬ ਨਾਲ ਤੂੰ ਆਪੇ ਹੀ ਆ ਗਿਆ ਏ। ਦੱਸ ਚਾਚੀ, ਸ਼ਿੰਬੂ ਨੇ ਦਾਨਿਆਂ ਵਾਲੇ ਢੰਗ ਨਾਲ ਪੁੱਛਿਆ। ਕੀ ਗੱਲ ਸੀ? ਗੱਲ ਤੇ ਕੁਝ ਨਹੀਂ, ਨਿਹਾਲੋ ਕੁਝ ਬੇਦਿਲ ਜਿਹੀ ਹੋ ਕੇ ਬੋਲੀ। ਤੇਰੇ ਕੋਲੋਂ ਕਾਹਦੀ ਚੋਰੀ ਇਹ ਹੀਰਿਆ? ਮੇਰੇ ਲਈ ਜਿਹਾ ਚੇਤੂ ਤਿਹਾ ਤੂੰ। ਗੱਲ ਇਹ ਵੇ ਚੰਨਾ, ਭਈ ਸਿਆਣੇ ਆਂਦੇ ਹੁੰਦੇ ਨੇ, ਅਖੇ ਇੰਨੇ ਮਿੱਠੇ ਵੀ ਨਾ ਬਣੀਏ ਜੋ ਕੋਈ ਸਮੁੱਚਾ ਹੀ ਨਿਗਲ ਜਾਵੇ, ਤੇ ਇੰਨੇ ਕੌੜੇ ਵੀ ਨਾ ਬਣੀਏ ਜੋ ਅਗਲਾ ਥੁੱਕ ਸੁੱਟੇ। ਪਤਾ ਨਹੀਂ ਸ਼ਿੰਬੂ, ਇਸ ਮੁੰਡੇ ਦੇ ਚਾਲਿਆਂ ਦੀ ਨਰੈਣ ਸਾਖੀ ਏ, ਉੱਕਾ ਸਮਝ ਨਹੀਂ ਆਉਂਦੀ ਮੈਨੂੰ। ਨਾ ਇਸ ਦਾ ਚੜ੍ਹਦੇ ਦਾ ਪਤਾ ਲੱਗਦਾ ਏ, ਨਾ ਲਹਿੰਦੇ ਦਾ। ਪਰ ਗੱਲ ਕੀ ਹੈ ਚਾਚੀ? ਸ਼ਿੰਬੂ ਨੇ ਜਰਾ ਬੇਆਰਾਮ ਹੋ ਕੇ ਪੁੱਛਿਆ। ਗੱਲ ਹੀ ਦੱਸਣ ਲੱਗੀ ਆ ਤੈਨੂੰ। ਬੰਦੇ ਨੂੰ ਚਾਹੀਦਾ ਹੈ ਭਈ ਸਾਰੇ ਪਾਸੇ ਰੱਖੇ। ਇਹ ਵੀ ਕੀ ਹੋਇਆ ਜੋ ਅਖੇ ਤਾਂ ਕਿਸੇ ਦੇ ਰਾਹੋਂ ਨਾ ਲੰਘੇ ਤੇ ਅਖੇ ਉਸਦੇ ਉੱਤੋਂ ਹੀ ਡਿੱਗਦਾ ਫਿਰੇ। ਤੂੰ ਸੋਚ ਬੀਬਾ, ਇਹ ਕੋਈ ਸਿਆਣਿਆਂ ਵਾਲੀਆਂ ਗੱਲਾਂ ਨੇ? ਅਸੀਂ ਵੀ ਤਾਂ ਐਡੇ ਹੋਏ ਆ, ਚੰਗਿਆਂ ਨਾਲ ਵੀ ਵਾਹ ਰਿਹਾ ਏ, ਮੰਦਿਆਂ ਨਾਲ ਵੀ, ਪਰ ਇਦਾਂ ਤੇ ਕਦੀ ਨਹੀਂ ਸੀ ਕੀਤੀ। ਇਸ ਮੁੰਡੇ ਦੀ ਜੋ ਗੱਲ ਹੈ ਜੱਗੋ ਜਹਾਨੋਂ ਵੱਖਰੀ। ਨਿਹਾਲੋ ਦੀਆਂ ਗੱਲਾਂ ਵਿੱਚੋਂ ਸ਼ਿੰਬੂ ਨੇ ਉਸਦਾ ਮਤਲਬ ਢੂੰਡਣ ਦੀ ਕੋਸ਼ਿਸ਼ ਕੀਤੀ, ਪਰ ਹਜੇ ਤੱਕ ਉਸਦੇ ਹੱਥ ਪੱਲੇ ਕੁਝ ਨਹੀਂ ਸੀ ਪਿਆ। ਕੇਵਲ ਇਤਨਾ ਹੀ ਉਸਦੀ ਸਮਝ ਵਿੱਚ ਆਇਆ ਕਿ ਪੁੱਤਰ ਬਾਰੇ ਉਹ ਕੋਈ ਸ਼ਿਕਾਇਤ ਲੈ ਕੇ ਬੈਠੀ ਹੈ। ਪਰ ਕੀ ਸ਼ਿਕਾਇਤ? ਇਸ ਬਾਰੇ ਉਹ ਹਜੇ ਤੱਕ ਹਨੇਰੇ ਵਿੱਚ ਸੀ। ਕੁਝ ਕਾਲਾ ਜਿਹਾ ਪੈ ਕੇ ਉਸਨੇ ਨਿਹਾਲੋ ਦੀ ਗੱਲ ਟੋਕੀ। ਅੱਛਾ ਚਾਚੀ, ਮਤਲਬ ਦੀ ਗੱਲ ਦੱਸ, ਭਈ ਮਾਮਲਾ ਕੀ ਹੈ ਵਿੱਚੋਂ? ਨਿਹਾਲੋ ਨੇ ਉਹੀ ਬੇਸਿਰ ਪੈਰ ਢੰਗ ਜਾਰੀ ਰੱਖਿਆ। ਭਲਾ ਸ਼ਿੰਬੂ, ਤੂੰ ਸੋਚ ਪਈ, ਲੋਕਾਂ ਦੇ ਵੀ ਤਾਂ ਜਵਾਨ ਪੁੱਤਰ ਹੁੰਦੇ ਨੇ। ਤੂੰ ਵੀ ਸੁੱਖ ਨਾਲ ਉਸੇ ਦਾ ਹਾਣੀ ਏ, ਸੱਤਾਂ ਨੂੰ ਰਾਹੇ ਪਾ ਕੇ ਟੁਰਨ ਵਾਲਾ ਏ। ਵੇਖ ਕੇ ਮਾਪਿਆਂ ਦੇ ਕਾਲਜੇ ਠੰਡ ਪੈਂਦੀ ਹੋਵੇਗੀ। ਪੁੱਤਰ ਦੁਨੀਆ ਮੰਗਦੀ ਕਾਹਦੇ ਲਈ ਏ? ਇਸੇ ਲਈ ਬਈ ਜਵਾਨ ਹੋ ਕੇ ਮਾਪਿਆਂ ਦੀ ਬਾਂਹ ਬਣਨਗੇ, ਦੁੱਖ ਸੁੱਖ ਵਿੱਚ ਹੱਥ ਵਟਾਣਗੇ, ਉੜੇ ਥੁੜੇ ਕੰਮ ਸਵਾਰਨਗੇ। ਪਰ ਇਸ ਮੁੰਡੇ ਦੀਆਂ ਖਬਰੇ ਕਿਹੜੇ ਆਕਾਸ਼ੀ ਸੁਰਤਾਂ ਟਿਕੀਆਂ ਹੋਈਆਂ ਨੇ। ਮਾਪਿਆਂ ਨੂੰ ਵੀ ਤਾਂ ਪੁੱਤਰਾਂ ਦਾ ਹੀ ਆਸਰਾ ਹੁੰਦਾ ਏ। ਚਾਚਾ ਤੇਰਾ ਤੈਨੂੰ ਪਤਾ ਹੀ ਹੈ ਜਿਹੋ ਜਿਹਾ ਕੰਮ ਆਏ। ਕੋਈ ਮਰਦਾ ਮਰ ਜਾਵੇ ਉਸਦੀ ਜੁੱਤੀ ਤੋਂ।
ਉਸ ਨੂੰ ਤਾਂ ਬਸ 3 ਵੇਲੇ ਅਫੀਮ ਦਾ ਗੋਲਾ ਲੋੜੀਂਦਾ ਏ। ਫਿਰ ਤੂੰ ਸੋਚ ਪਈ ਇਸ ਘਰ ਦਾ ਕੀ ਬਣੇਗਾ ਜੇ ਉਹ ਵੀ। ਗੱਲਾਂ ਦਾ ਸਿਲਸਿਲਾ ਹਜੇ ਇੱਥੇ ਤੱਕ ਹੀ ਪਹੁੰਚਿਆ ਸੀ ਕਿ ਮੱਘਰਮਲ ਦੀ ਜਾਗ ਖੁੱਲ ਗਈ। ਅਫੀਮ ਦਾ ਜ਼ਿਕਰ ਤੇ ਫਿਰ ਆਪਣੀ ਬਾਬਤ ਨਿਹਾਲੋ ਦਾ ਇੱਕ ਬਾਹਰਲੇ ਆਦਮੀ ਪਾਸ ਜ਼ਿਕਰ ਸੁਣ ਕੇ ਉਸ ਦੇ ਅੰਦਰ ਜਿਵੇਂ ਭੂਤ ਨਾ ਕੁੱਦ ਖਲੋਤਾ। ਉਹ ਕੜਕਵੀਂ ਆਵਾਜ਼ ਵਿੱਚ ਗੁਰਰਾਇਆ, ਉਹ ਕਿਹੜੇ ਕੰਜਰ ਨੇ ਤੇਰੇ ਕੋਲੋਂ ਅਫੀਮ ਲਈ ਕੁਝ ਮੰਗਿਆ ਏ ਹੋਣੀਏ? ਐਵੇਂ ਕਿਉਂ ਹਰ ਵੇਲੇ ਚੁਗਲੀਆਂ ਕਰਦੀ ਰਹਿਨੀ ਏ ਜਣੇ ਖਣੇ ਅੱਗੇ ਮੇਰੀਆਂ? ਛੁੱਟੜੇ, ਜੇ ਨਾ ਤਾਂ ਤੇਰੀ ਦੇਹੀ ਵਿੱਚ ਪੁਰ ਕੀੜੇ ਪੈਣ ਤਾਂ ਕਹੀਂ। ਉਹ ਵੀ ਜਨਾਨੀਆਂ ਹੁੰਦੀਆਂ ਨੇ ਜਿਹੜੀਆਂ ਪਤੀ ਪਰਮੇਸ਼ਰ ਦੇ ਪੈਰ ਧੋ ਧੋ ਕੇ ਪੀਂਦੀਆਂ ਨੇ, ਤੇਰੇ ਵਰਗੀਆਂ। ਅਚਾਨਕ ਇਸ ਆ ਪਈ ਬਿੱਜ ਤੋਂ ਡਰ ਕੇ ਕੁਝ ਖਿੱਝ ਕੇ ਨਿਹਾਲੋ ਨੇ ਉਸਦੀ ਗੱਲ ਟੋਕੀ। ਕਿਉਂ ਐਵੇਂ ਡਿਆ ਹੋਇਆ ਏ ਵਾਹ ਨੂੰ ਸੋਟੇ ਮਾਰਨ? ਗੱਲ ਭਾਵੇਂ ਕਿਸੇ ਦੀ ਕਰੋ, ਇਹਨੂੰ ਐਵੇਂ ਚੰਡਾਲ ਚੜ ਜਾਂਦਾ ਏ। ਮੈਂ ਜਾਣਨਾ ਤੇਰੇ ਖੇਖਣ। ਸੋਟੀ ਹੱਥ ਵਿੱਚ ਫੜ ਕੇ ਕਹਿੰਦਾ ਹੋਇਆ ਉਹ ਬਾਹਰ ਨਿਕਲ ਆਇਆ। ਕਮਜ਼ਾਦ ਦੀਏ ਬੱਚੀਏ, ਨਾ ਮੈਂ ਤੇਰੀ ਗੁੱਤ ਮੁੰਨ ਕੇ ਘਰੋਂ ਕੱਢ ਦਿੱਤਾ ਤਾਂ ਮੇਰਾ ਨਾਂ ਵਟਾ ਛੱਡੀ, ਜਿਹੜਾ ਤੂੰ ਦਿਨ ਰਾਤ ਦਾ ਕੁਪੱਤ ਪਾਈ ਰੱਖਣੀ ਏ। ਸੌਰੀ ਦੀਏ, ਤੈਨੂੰ ਬਗੈਰ ਮੇਰੀਆਂ ਚੁਗਲੀਆਂ ਤੋਂ ਹੋਰ ਕੋਈ ਕੰਮ ਨਹੀਂ। ਜਦੋਂ ਵੇਖੋ ਚੁਗਲੀਆਂ, ਜਦੋਂ ਵੇਖੋ ਬਖੀਲੀਆਂ। ਸ਼ਿੰਭੂ ਇਸ ਘਰ ਦਾ ਚੰਗੀ ਤਰ੍ਹਾਂ ਵਾਕਿਫ ਸੀ। ਉਸਨੂੰ ਪਤਾ ਸੀ ਕਿ ਇਹਨਾਂ ਘਰਾਟਾਂ ਵਿੱਚ ਨਿੱਤ ਦਿਹਾੜੀ ਇਹੋ ਪੀਸੀਦਾ ਏ। ਇਸੇ ਕਰਕੇ ਉਹ ਨਾ ਬਹੁਤਾ ਡਰਿਆ, ਨਾ ਹੀ ਇਸ ਵਿੱਚ ਉਸਨੇ ਆਪਣੀ ਹੇਠੀ ਖਿਆਲ ਕੀਤੀ। ਉਹ ਬੁੱਲਾਂ ਵਿੱਚ ਰਤਾ ਕੋ ਮੁਸਕਰਾਉਂਦਾ ਹੋਇਆ ਸਿਰ ਤੇ ਆ ਧਮਕੇ ਮੱਘਰਮਲ ਨੂੰ ਕਹਿਣ ਲੱਗਾ, ਚਾਚਾ ਤੇਰੀ ਗੱਲ ਤਾਂ ਕਿਸੇ ਨਹੀਂ ਕੀਤੀ। ਚਾਚੀ ਤਾਂ ਚੇਤੂ ਦੀਆਂ ਗੱਲਾਂ ਪਈ ਕਰਦੀ ਸੀ। ਚੇਤੂ ਦੀਆਂ ਨਾ, ਨਾਲੇ ਤੇਰੇ ਪਿਓ ਦੀਆਂ। ਸਾਹਮਣੇ ਡਟ ਕੇ ਉਹ ਬੋਲਿਆ, ਬੱਚੂ ਮੈਨੂੰ ਚਾਰਨਾ ਏ ਕੱਲ ਦਾ ਸ਼ੁਕਰਾ ਹੋ ਕੇ। ਤੇਰੇ ਵਰਗਿਆਂ ਨੂੰ ਤਾਂ ਮੈਂ ਪੱਲੇ ਬੰਨ ਕੇ ਵੇਚ ਆਵਾਂ। ਤੂੰ ਸਮਝਿਆ ਕੀ ਏ ਮੈਨੂੰ? ਅਖੇ ਚਾਚਾ ਤੇਰੀ ਗੱਲ ਤੇ ਨਹੀਂ ਕੀਤੀ। ਲੋਕਾਂ ਦੇ 2 ਕੰਨ ਹੁੰਦੇ ਨੇ, ਮੇਰੇ 4 ਨੇ, ਯਾਦ ਰੱਖੀ। ਜੇ ਮੁੜ ਕੇ ਮੈਨੂੰ ਨੌਲਿਆ ਤਾਂ ਮੇਰੇ ਵਰਗਾ ਬੁਰਾ ਕੋਈ ਨਹੀਂ ਹੋ। ਤੇ ਬੋਲਦਾ ਬੋਲਦਾ ਉਹ ਇੰਨੇ ਜੋਸ਼ ਵਿੱਚ ਆ ਗਿਆ ਕਿ ਖੰਘ ਨੇ ਉਸਦਾ ਦਮ ਖੁਸ਼ਕ ਕਰ ਦਿੱਤਾ। ਲੰਮੀ ਖੋਂ ਤੋਂ ਬਾਅਦ ਉਸਨੇ ਲਾਗੇ ਹੀ ਬਲਗਮ ਥੁੱਕ ਦਿੱਤੀ ਤੇ ਫਿਰ ਹਫਦਾ ਮੁੜ ਤੰਬੂ ਅੰਦਰ ਚਲਾ ਗਿਆ। ਨਿਹਾਲੋ ਜਵਾਬ ਵਿੱਚ ਕੋਈ ਸ਼ਲੋਕ ਉਚਾਰਨ ਹੀ ਲੱਗੀ ਸੀ ਕਿ ਸ਼ਿੰਭੂ ਨੇ ਹੱਥ ਦੇ ਇਸ਼ਾਰੇ ਨਾਲ ਉਸਨੂੰ ਰੋਕ ਦਿੱਤਾ। ਫਿਰ ਵੀ ਮੱਘਰਮਲ ਨੇ ਜਦ ਤੱਕ ਚਿਲਮ ਭਰ ਕੇ ਹੁੱਕੇ ਉੱਤੇ ਟਿਕਾ ਨਹੀਂ ਦਿੱਤੀ, ਉਹ ਬਰਾਬਰ ਕੁੜਕੁੜ ਕਰਦਾ ਹੀ ਰਿਹਾ। ਅਖੀਰ ਜਦੋਂ ਉਸਦੀ ਕੁੜਕੁੜ ਹੁੱਕੇ ਦੀ ਗੁੜਗੁੜ ਵਿੱਚ ਅਭੇਦ ਹੋ ਗਈ ਤਾਂ ਦੋਹਾਂ ਨੇ ਚੈਨ ਦਾ ਸਾਹ ਲਿਆ। ਗੱਲਾਂ ਦੀ ਟੁੱਟ ਚੁੱਕੀ ਲੜੀ ਨੂੰ ਨਵੇਂ ਸਿਰੇ ਜਾਰੀ ਕਰਨ ਲਈ ਸ਼ਿੰਭੂ ਕਹਿਣ ਲੱਗਾ, ਅੱਛਾ ਚਾਚੀ, ਹਾਂ ਕੀ ਗੱਲ ਹੋਈ ਫੇਰ? ਤੂੰ ਤੇ ਹੋਰ ਗੱਲਾਂ ਵਿੱਚ ਹੀ ਪੈ ਗਈ ਓ। ਅਸਲ ਗੱਲ ਤਾਂ ਤੂੰ ਦੱਸੀ ਹੀ ਕੋਈ ਨਾ। ਇਸ਼ਾਰੇ ਨਾਲ ਨਿਹਾਲੋ ਨੇ ਉਸਨੂੰ ਤੰਬੂ ਤੋਂ ਦਰਾਡੇ ਚੱਲਣ ਲਈ ਕਿਹਾ। ਉਸਨੂੰ ਡਰ ਸੀ ਕਿ ਮੱਘਰਮਲ ਨੇ ਫਿਰ ਕਿਸੇ ਨਾ ਕਿਸੇ ਗੱਲ ਦੇ ਵਿਚਾਲੇ ਮਹਾਭਾਰਤ ਛੇੜ ਦੇਣਾ ਹੈ। ਅਸਲ ਵਿੱਚ ਉਹ ਕੁਝ ਵਹਿਮੀ ਸੁਭਾਅ ਦਾ ਹੋ ਗਿਆ ਸੀ। ਨਿਹਾਲੋ ਵੱਲੋਂ ਕਦੇ ਵੀ ਉਸ ਦਾ ਮਨ ਸਾਫ਼ ਨਹੀਂ ਸੀ ਹੁੰਦਾ। ਉਹ ਭਾਵੇਂ ਕਿਸੇ ਵਿਸ਼ੇ ਉੱਤੇ ਗੱਲ ਕਰਦੀ ਹੋਵੇ, ਉਸਨੂੰ ਇਹੋ ਸ਼ੱਕ ਖਾਈ ਜਾਂਦਾ ਕਿ ਉਹ ਜ਼ਰੂਰ ਉਸੇ ਦੀਆਂ ਹੀ ਚੁਗਲੀਆਂ ਬਖੀਲੀਆਂ ਕਰ ਰਹੀ ਹੈ। ਸ਼ਿੰਭੂ ਨੂੰ ਇਸ਼ਾਰਾ ਕਰਕੇ ਉੱਠਣੀ ਲੱਗੀ ਸੀ ਕਿ ਇੱਕ ਵਾਰੀ ਫਿਰ ਮੱਘਰਮਲ ਨੇ ਹੁੱਕੇ ਦੀ ਨੜੀ ਮੂੰਹ ਚੋਂ ਕੱਢਦਿਆਂ ਤੌੜੇ ਨੂੰ ਪਲੀਤਾ ਲਾਇਆ। ਸ਼ਾਇਦ ਨਿਹਾਲੋ ਦਾ ਬਾਹਰ ਜਾਣ ਵਾਲਾ ਇਸ਼ਾਰਾ ਉਸਨੇ ਸਮਝ ਲਿਆ ਸੀ। ਉਹ ਕੜਕਿਆ, ਹੁਣ ਬਾਹਰ ਲੈ ਟੁਰੀ ਇਸ ਖਸਮ ਨੂੰ। ਬਾਹਰ ਜਾ ਕੇ ਮੇਰੀਆਂ ਬੁਰਾਈਆਂ ਕਰੇਂਗੀ। ਕਮਜਾਤੇ ਟਲ ਜਾ ਇਹਨਾਂ ਕਾਰਿਆਂ ਤੋਂ, ਤੈਨੂੰ ਕਹਿਣਾ ਵਾਂ। ਨਿਹਾਲੋ ਦਾ ਦਿਲ ਇਸ ਕੌੜੀ ਊਜ ਤੋਂ ਵਿਲਕ ਉੱਠਿਆ। ਉਹ ਗੱਲ ਤੀਕ ਦੁਖੀ ਹੋ ਕੇ ਬੋਲੀ, ਐਵੇਂ ਨਾ ਸੜਿਆ ਦੇ ਖਰੀਂਡ ਛਿੱਲਿਆ ਕਰ ਚੇਤੂ ਦੇ ਭਾਈਆ। ਰੱਬ ਦਾ ਭੌਂ ਕਰ ਕੁਝ। ਕਿਉਂ ਹਰ ਵੇਲੇ ਤੌਣੀ ਤਾਈ ਰੱਖਣਾ ਏ ਮੇਰੇ ਜੋਗੀ? ਕਿਸੇ ਵੇਲੇ ਤਾਂ। ਸ਼ਿੰਭੂ ਉਸਨੂੰ ਬਾਹੋਂ ਫੜ ਕੇ ਬਦੋ-ਬਦੀ ਇੱਕ ਪਾਸੇ ਲੈ ਗਿਆ। ਮੱਘਰਮਲ ਪਿੱਛੋਂ ਕਿੰਨਾ ਕੁ ਚਿਰ ਦੁਰਬਾਸ਼ਾ ਵਾਲੇ ਸ਼ਰਾਪ ਦਿੰਦਾ ਰਿਹਾ, ਉਹਨਾਂ ਨੂੰ ਕੋਈ ਪਤਾ ਨਹੀਂ ਸੀ। ਦੋਵੇਂ ਪਰਾਂ ਦੁਰਾਡੇ ਸੜਕੋਂ ਪਾਰ ਇੱਕ ਬੇਰੀ ਥੱਲੇ ਜਾ ਬੈਠੇ। ਹਾਂ ਕੀ ਦੱਸਣ ਲੱਗੀ ਸੈਂ ਤੂੰ ਚਾਚੀ? ਸ਼ਿੰਭੂ ਨੇ ਗੱਲਾਂ ਦਾ ਟੁੱਟਿਆ ਹੋਇਆ ਸਿਲਸਿਲਾ ਗੰਢਣ ਲਈ ਕਿਹਾ। ਨਿਹਾਲੋ ਨੇ ਕਾਲੀ ਗੱਲ ਖਤਮ ਕਰਨ ਦੇ ਇਰਾਦੇ ਨਾਲ ਦੱਸਣਾ ਸ਼ੁਰੂ ਕੀਤਾ। ਉਸਨੂੰ ਡਰ ਸੀ ਕਿਤੇ ਪਤੀ ਪਰਮੇਸ਼ਰ ਜੀ ਇੱਥੇ ਵੀ ਨਾ ਪਹੁੰਚਣ। ਉਹ ਕਹਿਣ ਲੱਗੀ, ਗੱਲ ਇਹ ਵੇ ਬੀਬਾ, ਬਈ ਪਤਾ ਨਹੀਂ ਪਿਛਲੇ ਦਿਨਾਂ ਤੋਂ ਇਸ ਮੁੰਡੇ ਨੂੰ ਕੀ ਵਗ ਗਈਆਂ ਨੇ। ਘਰ ਵਿੱਚ ਵੜਨਾ ਤਾਂ ਉੱਕਾ ਹੀ ਛੱਡ ਦਿੱਤਾ ਏ। ਬਸ ਕੰਮ ਤੋਂ ਆਇਆ, ਕੋਟ ਕਾਟ ਲਾਇਆ, 2 ਘੜੀਆਂ ਟਿਕਿਆ ਕਿ ਨਾ ਟਿਕਿਆ ਤੇ ਖੜਾ ਖਲੋਤਾ ਪਿਛਾਂਹ ਮੁੜ ਗਿਆ। ਕਦੀ ਕੀ ਅਖੇ ਪ੍ਰੈਸ ਵਿੱਚ ਰਾਤ ਲੱਗਣੀ ਏ, ਕਦੀ ਕੀ ਏ ਅਖੇ ਅੱਜ ਕਿਸੇ ਦੋਸਤ ਦੀ ਪਾਰਟੀ ਤੇ ਜਾਣਾ ਏ। ਸਾਡੀ ਜਾਣੇ ਜੁੱਤੀ ਪਾਰਟੀਆਂ ਕੀ ਹੁੰਦੀਆਂ ਨੇ। ਕਦੀ ਸਿਨੇਮੇ ਦਾ ਤਮਾਸ਼ਾ ਵੇਖਣ ਤੁਰ ਪਿਆ। ਘਰ ਬਹਿਣਾ ਤਾਂ ਉਸਨੂੰ ਵਿਉਹ ਲੱਗਦਾ ਏ। ਜੇ ਕੋਈ ਗੱਲ ਪੁੱਛੋ ਤਾਂ ਅੱਗੋਂ ਲਾਲੀਆਂ ਤਾੜਨ ਲੱਗ ਪਵੇਗਾ। ਪਰਸੋਂ ਮੈਂ ਇੰਨੀ ਉਹ ਗੱਲ ਆਖੀ, ਪਰ ਚੇਤੂ ਤੂੰ ਜੋ ਸਾਰੀ ਰਾਤ ਘਰ ਨਾ ਆਇਓ, ਅਖੇ ਪ੍ਰੈਸ ਵਿੱਚ ਰਾਤ ਲੱਗਣੀ ਏ। ਕੱਲ ਮੈਨੂੰ ਉਹ ਦੂਜਾ ਪਿਸ਼ੌਰੀਆ ਮੁੰਡਾ ਮਿਲਿਆ ਸੀ ਤੇਰੇ ਨਾਲ ਦਾ। ਪੁੱਛਿਆ ਤਾਂ ਆਖਣ ਲੱਗਿਆ ਕੋਈ ਵੀ ਨਹੀਂ, ਰਾਤ ਰੂਤ ਲੱਗੀ, 5 ਵਜੇ ਛੁੱਟੀ ਹੋ ਗਈ ਸੀ।
ਇੰਨੀ ਗੱਲ ਮੇਰੀ ਆਖਣ ਦੀ ਢਿੱਲ ਸੀ ਜੋ ਚੇਤੂ ਬੁਲਾਇਆ ਨਾ ਵਲੇ। ਅਖੇ ਹਾਂ ਹਾਂ ਤੂੰ ਤੇ ਹਰ ਵੇਲੇ ਮੇਰਾ ਪਿੱਛਾ ਕਰਦੀ ਰਹਿਨੀ ਏ, ਮੈਂ ਕੋਈ ਉਚੱਕਾ ਵਾਂ? ਇੱਕ ਕੀਤੀ ਉਸ ਮੇਰੇ ਨਾਲ ਜੋ ਮੂੰਹ ਆਇਆ ਆਖੀ ਗਿਆ। ਕੱਲ ਤੇਰੇ ਘਰ ਅੱਧੀ ਰਾਤ ਪਾ ਕੇ ਆਇਆ ਸੀ। ਮੈਂ ਪੁੱਛਿਆ ਕੋਈ ਨਾ, ਆਪੇ ਆਖਣ ਲੱਗਾ। ਆਖੇ ਸ਼ੰਭੂ ਨਾਲ ਗੱਪਾਂ ਮਾਰਦਿਆਂ ਦੇਰ ਹੋ ਗਈ। ਤੇਰੇ ਕੋਲ ਜੀ ਸਦਕੇ ਜਾਵੇ, ਮੈਨੂੰ ਠੰਡ ਹੈ ਚੰਨਾ। ਚੰਗੇ ਕੋਲ ਬੰਦਾ ਬਹੇਗਾ ਤਾਂ ਚੰਗੀ ਮੱਤ ਸਿੱਖੇਗਾ। ਸ਼ੰਭੂ ਆਪਣੇ ਦੋਸਤ ਇਸ ਝੂਠ ਉੱਤੇ ਝੁੰਝਲਾ ਕੇ ਬੋਲਿਆ, ਪਰ ਚਾਚੀ ਮੈਨੂੰ ਮਿਲਿਆ ਤਾਂ ਉਹਨੂੰ ਹਫ਼ਤੇ ਤੋਂ ਵੱਧ ਹੋ ਗਿਆ ਏ, ਤੇ ਤੂੰ ਕਹਿੰਨੀ ਏ ਕਹਿੰਦਾ ਸੀ ਕਿ ਸ਼ੰਭੂ ਨਾਲ ਗੱਪਾਂ ਮਾਰਦਾ ਰਿਹਾ ਸਾਂ। ਲੈ ਹੋਰ ਸੁਣ। ਨਿਹਾਲੋ ਮੱਥੇ ਤੇ ਹੱਥ ਮਾਰ ਕੇ ਬੋਲੀ, ਤੇਰੇ ਕੋਲ ਨਹੀਂ ਸੀ ਤਾਂ ਫਿਰ ਹੋਰ ਕਿੱਥੇ ਰਿਹਾ? ਬਸ ਲੱਗ ਗਿਆ ਪਤਾ, ਇਹ ਮੁੰਡਾ ਹੁਣ ਗਿਆ ਸਾਡੇ ਹੱਥਾਂ ਚੋਂ। ਕਰਾਂ ਕੀ? ਸ਼ੰਭੂ ਡਰਦੀ ਮਾਰੀ ਹੁੱਤ ਨਹੀਂ ਕੱਢਦੀ। ਇਹੋ ਚੇਤੂ ਅੱਖਾਂ ਵਿੱਚ ਪਾਇਆ ਨਹੀਂ ਸੀ ਰੜਕਦਾ, ਹੁਣ ਤਾਂ ਅੱਖਾਂ ਹੀ ਮੱਥੇ ਤੇ ਲੱਗ ਰੱਖ ਲਈਆਂ ਸੂ। ਗੱਲ ਪਿੱਛੋਂ ਕਰੀ ਦੀ ਏ ਤੇ ਝਾੜ ਕੇ ਪਹਿਲਾਂ ਪੱਲੇ ਬਣਾ ਦਿੰਦਾ ਏ। ਇਸੇ ਕਰਕੇ ਮੈਂ ਆਖਿਆ ਕਿਸੇ ਵੇਲੇ ਤੈਨੂੰ ਮਿਲ ਕੇ ਆਖਾਂ ਭਈ ਤੇਰੀ ਗੱਲ ਥਲਦਾ ਨਹੀਂ, ਤੂੰ ਕੁਝ ਸਮਝਾ ਸੂ। ਚੰਗਾ ਭਲਾ ਕਮਾਊ ਏ, ਧੇਲੇ ਡੱਬਲ ਦਾ ਐਬ ਨਹੀਂ ਸੂ, ਮਾਲਕ ਵੀ ਖੁਸ਼ ਸੂ। ਉਦਣ ਤੇਥੋਂ ਕੀ ਲੁਕਾਏ, 100 ਰੁਪਈਆ ਨਾ ਮਿਲਿਆ ਸੂ। 40 ਕੇ 50 ਦਾ ਕੱਪੜਾ ਲੱਤਾ ਖਰੀਦ ਲਿਆਇਆ। ਪਿਓ ਜੋਗੀ ਫੀਮ 3 ਤੋਲੇ ਵੱਖਰੀ। ਸਾਰੇ ਟੱਬਰ ਨੂੰ ਚੰਨ ਚੜ ਗਿਆ। ਪਈ ਸ਼ੁਕਰ ਹੈ ਭਗਵਾਨ ਨੇ ਸੁਣੀਏ। 100 ਤਰ੍ਹਾਂ ਦੇ ਬਾਰੇ ਨੇ ਬੀਬਾ, ਸਿਰ ਤੇ ਹਜੇ ਬਣਿਆ ਕੀ ਏ? ਕੁੜੀਆਂ ਤੂੰ ਵੇਖਣਾ ਏ ਬੂਹੇ ਤੇ ਹਾਥੀ ਬਣ ਕੇ ਝੂਲਣ ਡਈਆਂ ਨੇ। ਇਹਦਾ ਵੀ ਕੁਝ ਕਰਨਾ ਕਤਰਨਾ ਹੋਇਆ। ਗੱਭਰੂ ਏ ਸੁੱਖ ਨਾਲ ਕੁਆਰਾ, ਥੋੜਾ ਹੀ ਬਿਠਾਈ ਰੱਖਣਾ ਏ ਸਾਰੀ ਉਮਰ। ਤੇ ਉਸ ਦੂਜੇ 500 ਦਾ ਭੇਤ ਨਿਹਾਲੋ ਜਾਣ ਕੇ ਲੁਕਾ ਗਈ, ਕਿਉਂਕਿ ਉਹਨਾਂ ਰੁਪਈਆਂ ਬਾਰੇ ਹਜੇ ਤੱਕ ਉਸ ਦਾ ਸ਼ੱਕ ਦੂਰ ਨਹੀਂ ਸੀ ਹੋਇਆ। ਆਪਣੀ ਗੱਲ ਨੂੰ ਜਾਰੀ ਰੱਖਦੀ ਹੋਈ ਉਹ ਬੋਲੀ, ਪਰ ਖਬਰੇ ਕਿਹੋ ਜਿਹੀ ਨਹਿਸ਼ ਕੌਡੀ ਸੀ ਉਸ ਰੁਪਈਏ ਵਿੱਚ ਕੋਈ ਰਲੀ ਹੋਈ ਜੋ ਮੁੰਡੇ ਦੀ ਮਾਤੀ ਮਾਰ ਘੱਤੀ ਏ। ਨਿੱਜਣਾ ਲਿਆਉਂਦਾ ਇਹੋ ਜਿਹਾ ਇਨਾਮ। ਜਿੱਦਣ ਦਾ ਲਿਆਇਆ ਏ ਚੇਤੂ ਪਹਿਲਾਂ ਵਰਗਾ ਚੇਤੂ ਹੀ ਨਹੀਂ ਰਿਹਾ। ਕਿੱਥੇ ਤਾਂ ਰਤਾ ਜਿੰਨਾ ਕੋਈ ਕੰਮ ਕਰਨਾ ਹੋਵੇ ਤਾਂ 7 ਵਾਰੀ ਪੁੱਛ ਕੇ ਕਰਦਾ ਸੀ, ਤੇ ਕਿੱਥੇ ਅੱਜ ਪਤਾ ਹੀ ਨਹੀਂ ਉਹਨੂੰ ਜੋ ਕੌਣ ਕੁੱਤਾ ਭੌਂਕਦਾ ਏ। ਮਨ ਆਈਆਂ ਕਰਨੀਆਂ, ਦੂਜੀ ਕਿਸੇ ਦੀ ਸੁਣਨੀ ਨਹੀਂ, ਭਾਵੇਂ ਅਗਲਾ ਪਿੱਟ ਕੇ ਮਰ ਜਾਏ। ਸੋ ਮੈਨੂੰ ਬੀਬਾ ਇਸ ਦੇ ਹੇਰਾ ਫੇਰਾਂ ਦਾ ਪਤਾ ਕੁਝ ਨਹੀਂ ਹੋ ਲੱਗਦਾ। ਇਸ ਵਿਚਾਲੇ ਕੁਝ ਇਹੋ ਜਿਹੀਆਂ ਗੱਲਾਂ ਨਿਹਾਲੋ ਦੇ ਮੂੰਹੋਂ ਨਿਕਲ ਗਈਆਂ ਜਿਨ੍ਹਾਂ ਨੂੰ ਵਾਰਤਾਲਾਪ ਵਿੱਚ ਲੁਕਾਉਂਦੀ ਚਲੀ ਆਈ ਸੀ, ਅਰਥਾਤ ਉਸ ਦੂਸਰੇ 500 ਦਾ ਭੇਦ। ਗੱਲਾਂ ਕਰਦੀ ਕਰਦੀ ਇਹ ਵੀ ਕਹਿ ਗਈ, ਰੱਬ ਜਾਣੇ ਕਿੱਥੋਂ ਇਹ ਰੁਪਈਏ ਆਏ ਤੇ ਕਿੱਥੋਂ ਨਹੀਂ। ਕਰਮਾਂ ਨੂੰ 125 ਦੇ ਕੇ ਮੈਂ ਕਰਜ਼ਾ ਲਾ ਦਿੱਤਾ, ਬਾਕੀ ਰੁਪਈਏ ਜਾਣਨ ਤੇ ਚੇਤੂ ਜਾਣੇ। ਇੱਧਰੋਂ ਆਇਆ 20 ਲੈ ਗਿਆ, ਇੱਧਰੋਂ ਆਇਆ 50 ਲੈ ਗਿਆ। 8 ਵਾਰੀ ਵਿੱਚ ਭੂਤਾਂ ਦੇ ਸੱਤੂ ਹੋ ਗਏ ਸਾਰੇ। ਕੱਲ ਐਵੇਂ ਸਬੋਕੀ ਖਿਆਲ ਆਇਆ ਭਈ ਵੇਖਾਂ ਤਾਂ ਸਹੀ ਕਿੰਨੇ ਕੁ ਰਹਿ ਗਏ ਨੇ। ਬਟੂਆ ਵੇਖਾਂ ਤਾਂ ਉਹ ਆਖੇ ਮੈਨੂੰ ਹੱਥ ਹੀ ਨਾ ਲਾ। 10 ਰੁਪਈਆਂ ਦੇ 2 ਨੋਟ ਤੇ 1 ਪੰਜਾਂ ਦਾ, ਹੋਰ 100 ਬਰਾਬਰ ਜੇ ਕੁਝ ਬਚਿਆ ਹੋਵੇ। ਸ਼ੰਭੂ ਨੇ ਪੁੱਛਿਆ, ਪਰ ਚਾਚੀ ਐਨੇ ਰੁਪਈਓ ਲਿਆਇਆ ਕਿੱਥੋਂ? ਇਨਾਮ ਤਾਂ ਤੂੰ ਕਹਿੰਨੀ ਏ ਸਭੋ 100 ਰੁਪਏ ਉਸਨੂੰ ਮਿਲਿਆ ਸੀ। ਨਿਹਾਲੋ ਨੂੰ ਆਪਣੀ ਬੇਅਕਲੀ ਦੀ ਸਮਝ ਆਈ, ਪਰ ਹੁਣ ਉਗਲੀ ਹੋਈ ਗੱਲ ਨਿਗਲੀ ਨਹੀਂ ਸੀ ਜਾ ਸਕਦੀ। ਉਸਨੇ ਦੱਸ ਹੀ ਦਿੱਤਾ। ਆਹੋ, ਦੱਸਣ ਦਾ ਚੇਤਾ ਹੀ ਨਹੀਂ ਰਿਹਾ, ਦੂਜੇ ਦਿਨ 500 ਹੋਰ ਵੀ ਲਿਆਇਆ ਸੀ ਨਾ। ਆਖਣ ਲੱਗਾ ਇਹ ਵੀ ਮਾਲਕ ਨੇ ਇਨਾਮ ਦਿੱਤਾ ਏ। ਸ਼ੰਭੂ ਨੂੰ ਮਾਮਲੇ ਦੀ ਲਗਭਗ ਸਮਝ ਆ ਗਈ ਕਿ ਉਸ ਦਾ ਭੇਜਿਆ ਹੋਇਆ ਨਵਲ ਕਿਸ਼ੋਰ ਜਦ ਦੂਜੇ ਦਿਨ ਮਾਲਕ ਪਾਸ ਗਿਆ ਹੋਵੇਗਾ ਤਾਂ ਉਸ ਚਲਾਕ ਨੇ 500 ਹੋਰ ਦੇ ਕੇ ਟਰਕਾ ਦਿੱਤਾ ਹੋਵੇਗਾ। ਨਾਲ ਹੀ ਉਸਨੂੰ ਖੂਬ ਸਿਖਾ ਪੜ੍ਹਾ ਕੇ ਪੱਕਿਆਂ ਕਰ ਦਿੱਤਾ ਹੋਵੇਗਾ, ਸੋ ਇਹ ਵਿਚਲਾ ਭੇਦ ਕਿਸੇ ਨੂੰ ਨਾ ਦੱਸੇ। ਹੁਣ ਉਸਨੂੰ ਸਮਝ ਆਈ ਕਿ ਨਵਲ ਕਿਸ਼ੋਰ ਮੁੜ ਕੇ ਅੱਜ ਤੱਕ ਉਸਦੇ ਸਾਹਮਣੇ ਕਿਉਂ ਨਹੀਂ ਆਇਆ। ਉਸਨੂੰ ਯਕੀਨ ਹੋ ਗਿਆ ਕਿ ਉਸਦਾ ਦੋਸਤ ਬਹੁਤ ਬੁਰੀ ਤਰ੍ਹਾਂ ਉਸ ਨੌਸਰਬਾਜ਼ ਪ੍ਰਿੰਟਰ ਦੇ ਫੰਦੇ ਵਿੱਚ ਫਸ ਚੁੱਕਾ ਹੈ, ਜਿੱਥੋਂ ਉਹ ਕਿਸੇ ਕਰਾਮਾਤ ਨਾਲ ਹੀ ਭਾਵੇਂ ਛੁਟਕਾਰਾ ਪਾ ਸਕੇ। ਨਾਲ ਹੀ ਉਸਨੂੰ ਇਹ ਗੱਲ ਦਾ ਵੀ ਪਤਾ ਲੱਗ ਗਈ ਕਿ ਇਸ ਮੁਫਤ ਦੀ ਖੱਟੀ ਨੇ ਨਵਲ ਕਿਸ਼ੋਰ ਉੱਤੇ ਮਾਲੇ ਮੁਫਤ ਦਿਲੇ ਬਹਿਰੈਮ ਵਾਲਾ ਅਸਰ ਕੀਤਾ ਏ। ਤਾਂ ਹੀ ਅੱਜ ਕੱਲ੍ਹ ਯਾਰ ਲੋਕ ਗੁਲਸ਼ਰਰੇ ਉਡਾ ਰਹੇ ਨੇ। ਇਹ ਗੱਲ ਹੈ, ਸ਼ੰਭੂ ਨੇ ਅਫਸੋਸੀ ਹੋਈ ਆਵਾਜ਼ ਵਿੱਚ ਕਿਹਾ। ਨਿਹਾਲੋ ਫਿਰ ਬੋਲੀ, ਤੂੰ ਪੁੱਤਰਾਂ ਦੇ ਥਾਂ ਏ ਸ਼ੰਭੂ, ਤੇ ਇੱਥੋਂ ਕਾਹਦੀ ਚੋਰੀ ਏ? ਉਸ ਦੇ ਤਾਂ ਤੌਰ ਹੀ ਬਦਲ ਗਏ ਨੇ, ਤੂੰ ਵੇਖਿਆ ਨਹੀਂ? ਕਦੀ ਵੇਖੇ ਤਾਂ ਹੈਰਾਨ ਹੋ ਜਾਵੇਂ। ਆਪੇ ਸੂਟ ਸਵਾਂਦਾ ਫਿਰਦਾ ਈ। 20 ਕੇ ਖਰੇ 22 ਰੁਪਈਆਂ ਦੇ ਗੂਟ ਆ ਗਏ ਨੇ। ਕਿਤੇ ਪੱਟ ਦੀਆਂ ਜਰਾਬਾਂ, ਕਿਤੇ ਉਹ ਕੀ ਸੱਦੀ ਦੀਆਂ ਨੇ, ਖਸਮਾਂ ਨੂੰ ਖਾਣੀਆਂ ਖੌਰੇ ਬਲੰਡਰ ਦੀਆਂ ਕਿ ਕਾਹਦੀਆਂ ਸ਼ੀਸ਼ੀਆਂ ਜਿਨ੍ਹਾਂ ਚੋਂ ਲਪਟਾਂ ਆਉਂਦੀਆਂ ਹੁੰਦੀਆਂ ਨੇ। ਕੋਈ ਇੱਕ ਪਾਟਕ ਕਰਦਾ ਵੇ। ਮੈਨੂੰ ਤੇ ਇਹੋ ਚਿੰਤਾ ਖਾਈ ਜਾਂਦੀ ਏ, ਮਤੇ ਮੁੰਡਾ ਹੀ ਹੱਥੋਂ ਗਵਾ ਬਈਏ। ਸ਼ੰਭੂ ਸਿਰ ਧੁੰਨ ਰਿਹਾ ਸੀ। ਉਧਰ ਨਿਹਾਲੋ ਸੁਣਾਈ ਜਾ ਰਹੀ ਸੀ, ਐ ਵੇਖੇ ਨਾ ਭਲਾ ਕੀ ਏ। ਸ਼ੰਭੂ ਨੇ ਤੱਕਿਆ। ਉਹ ਆਪਣੇ ਮੈਲੇ ਭੋਸ਼ਨ ਦੀ ਕੰਨੀਓ ਕੁਝ ਖੋਲ ਰਹੀ ਸੀ। ਇਹ ਕੀ ਏ ਚਾਚੀ? ਕਾਗਜ਼ ਦਾ ਇੱਕ ਛੋਟਾ ਜਿਹਾ ਪੁਰਜਾ ਉਸਦੇ ਹੱਥ ਵਿੱਚੋਂ ਫੜਦਿਆਂ ਸ਼ੰਭੂ ਨੇ ਪੁੱਛਿਆ।
ਪਤਾ ਨਹੀਂ, ਉਹ ਬੋਲੀ। ਪਰਸੋਂ ਕੱਪੜੇ ਧੋਣ ਲੱਗੀ ਸਾਂ। ਚੇਤੂ ਦੀ ਆਦਤ ਹੈ, ਕੱਪੜੇ ਬਦਲਣ ਲੱਗਾ ਖੀਸਾ ਨਹੀਂ ਫੋਲਦਾ ਹੁੰਦਾ। ਜੇਬ ਫੋਲੀ ਤਾਂ ਵਿੱਚੋਂ ਇੱਕ ਕਾਗਜ਼ ਜਿਹਾ ਨਿਕਲਿਆ। ਸ਼ੀਲੋ ਤੋਂ ਚੰਗੀ ਤਰ੍ਹਾਂ ਪੜ੍ਹਿਆ ਨਾ ਗਿਆ। ਆਖਣ ਲੱਗੀ, ਐਵੇਂ ਕੁਝ ਰਕਮਾਂ ਜਿਹੀਆਂ ਲਿਖੀਆਂ ਹੋਈਆਂ ਨੇ। ਚੇਤੂ ਕੋਲੋਂ ਪੁੱਛਣ ਕਰਦੀ ਰਹੀ, ਪਰ ਪੁੱਛਾਂ ਕਿਸ ਕੋਲੋਂ? ਉਹ ਤਾਂ ਬਸ ਚੜੇ ਘੋੜੇ ਸਵਾਰ ਆਇਆ, ਰੋਟੀ ਦੀਆਂ 2 ਗਰਾਹੀਆਂ ਨਿਕਲੀਆਂ ਤੇ ਔ ਗਿਆ। ਵੇਖਾ ਭਲਾ ਕੀ ਲਿਖਿਆ ਏ। ਸ਼ੰਭੂ ਨੇ ਕਾਗਜ਼ ਦਾ ਮਜ਼ਮੂਨ ਦਿਲ ਵਿੱਚ ਪੜ੍ਹਨਾ ਸ਼ੁਰੂ ਕੀਤਾ। ਪ੍ਰੈਸ ਵਿੱਚ 3 ਪ੍ਰਿੰਟਿੰਗ ਮਸ਼ੀਨਾਂ 25,000, ਕਟਿੰਗ, ਪਰਫੈਕਟਿੰਗ, ਰੂਲਿੰਗ, ਸਟਿਚਿੰਗ ਮਸ਼ੀਨ ਤੇ ਹੈੱਡ ਪ੍ਰੈਸ ਆਦਿ 5,000, ਟਾਈਪ 5,000। ਪੜ੍ਹਦਾ ਉਹ ਇੱਕ ਥਾਂ ਤੇ ਆਪਣੇ ਦੋਸਤ ਦਾ ਨਾਂ ਵੇਖ ਕੇ ਰੁਕ ਗਿਆ। ਨਵਲ ਕਿਸ਼ੋਰ ਨੂੰ 1 ਸਾਲ ਦੀ ਤਰੱਕੀ, 600 ਇਨਾਮ। ਸ਼ੰਭੂ ਨੇ ਨਿਹਾਲੋ ਨੂੰ ਐਵੇਂ ਰੱਦੀ ਕਾਗਜ਼ ਹੈ ਕਹਿ ਕੇ ਪੱਲਾ ਛੁਡਾ ਲਿਆ, ਪਰ ਅਸਲ ਵਿੱਚ ਕਾਗਜ਼ ਉਸਨੂੰ ਕਿਸੇ ਲੰਮੀ ਜੰਜੀਰ ਦੀ ਘੁੰਡੀ ਮਾਲੂਮ ਹੁੰਦਾ ਸੀ। ਉਹਨੇ ਨਜ਼ਰ ਬਚਾ ਕੇ ਇਸ ਨੂੰ ਜੇਬ ਵਿੱਚ ਪਾ ਲਿਆ। ਕੋਈ ਫਿਕਰ ਨਾ ਕਰ ਚਾਚੀ, ਨਿਹਾਲੋ ਨੂੰ ਤਸੱਲੀ ਦਿੰਦਾ ਹੋਇਆ ਉਹ ਕਹਿਣ ਲੱਗਾ, ਸਭ ਕੁਝ ਠੀਕ ਹੋ ਜਾਏਗਾ। ਚੇਤੂ ਦਾ ਕਸੂਰ ਨਹੀਂ, ਇਹ ਉਹਨਾਂ ਰੁਪਈਆਂ ਦੀ ਮਸਤੀ ਹੈ ਜਿਨ੍ਹਾਂ ਨੇ ਉਸ ਦੀਆਂ ਅੱਖਾਂ ਅੱਗੇ ਖੋਪੇ ਚਾੜ ਦਿੱਤੇ ਹੋਏ ਨੇ। ਅੱਛਾ, ਮੈਂ ਵੀ ਆਪਣੇ ਪਿਓ ਦਾ ਪੁੱਤਰ ਹਾਂ ਤਾਂ ਇੱਕ ਵਾਰੀ ਜ਼ਰੂਰ ਉਸ ਨੂੰ ਇਹਨਾਂ ਅਮਲਾਂ ਤੋਂ ਛੁਡਾ ਕੇ ਉਸ ਦੀ ਅਕਲ ਟਿਕਾਣੇ ਲਿਆਵਾਂਗਾ। ਤੂੰ ਕੌਣ ਏ ਓਏ ਮੇਰਾ ਅਮਲ ਛੁਡਾਉਣ ਵਾਲਾ, ਨਾਲੇ ਮੇਰੀ ਅਕਲ ਟਿਕਾਣੇ ਲਿਆਉਣ ਵਾਲਾ? ਪਿਛਲੇ ਪਾਸਿਓਂ ਬੇਰੀ ਦੇ ਮੋਢ ਟੋਲਿਓ ਮੱਘਰ ਮਲ ਦੀ ਲਲਕਾਰ ਸੁਣਾਈ ਦਿੱਤੀ, ਜਿਸ ਨੂੰ ਸੁਣ ਕੇ ਦੋਵੇਂ ਆਪਣੇ ਥਾਂ ਤੋਂ ਉੱਠ ਖੜੋਤੇ। ਤੇਰੀ ਕਿਹੜੇ ਔਂਤਰੇ ਨਖੱਤਰੇ ਨੇ ਗੱਲ ਕੀਤੀ ਏ? ਨਿਹਾਲੋ ਨੇ ਨਹਿਲੇ ਉੱਤੇ ਦਹਿਲਾ ਮਾਰਿਆ। ਅੰਨਾ ਕੁੱਤਾ ਵਾਂਗ ਭੌਂਕੇ, ਗੱਲਾਂ ਅਸੀਂ ਕਰਨ ਡਏ ਹੋਏ ਆ ਚੇਤੂ ਦੀਆਂ। ਚੁੱਪ ਕਰ, ਚੇਤੂ ਦੀ ਰੰਨ ਨਾ ਹੋਵੇ ਤੇ। ਮੱਘਰ ਮਲ ਅੱਖਾਂ ਚੜਾ ਕੇ ਭਪਕਿਆ, ਮੈਨੂੰ ਤੁੱਕਾ ਹੀ ਬੁੱਧੂ ਸਮਝ ਛੱਡਿਆ ਏ ਛੁੱਟੜੇ। ਮੈਂ ਤੇਰੀ ਰਗ ਰਗ ਦਾ ਭੇਤੀ ਆ। ਮੇਰੀ ਨਿੰਦਿਆ ਕੀਤੇ ਬਾਝੋਂ ਦਾ ਤੇਰਾ ਫਰੇਵਾ ਨਾ ਲੱਥਣਾ ਹੋਇਆ। ਕੁੜੀ ਵਾਂ ਸਮਾਂ ਖੌਰੇ ਕਰਕਣ ਤੇ ਆ ਗਿਆ ਏ। ਹਨੇਰ ਸਾਈਂ ਦਾ ਉਹ ਵੀ ਜਨਾਨੀਆਂ ਹੁੰਦੀਆਂ ਨੇ ਜਿਹੜੀਆਂ ਪਤੀ ਦੀ ਪੂਜਾ ਕਰਦੀਆਂ ਨੇ। ਯਾਦ ਰੱਖੀ ਕੁੱਤੀਏ, ਕੁੰਭੀ ਨਰਕ ਵਿੱਚ ਸੜੇਂਗੀ, ਕੁੰਭੀ ਨਰਕ ਵਿੱਚ। ਕੁੰਭੀ ਨਰਕ ਵੀ ਤੇਰੇ ਸਾਥ ਨਾਲੋਂ ਚੰਗਾ ਹੀ ਹੋਵੇਗਾ, ਨਿਹਾਲੋ ਸੜ ਪੁੱਜ ਕੇ ਬੋਲੀ। ਇੱਕ ਹੋਰ ਲਲਕਾਰ ਆਈ, ਅੱਛਾ ਰੋਟੀ ਟੁੱਕ ਦਾ ਵੀ ਯਾਰ ਕਰੇਂਗੀ ਕਿ ਇਸ ਖਸਮ ਨਾਲ ਗੱਲਾਂ ਵਿੱਚ ਹੀ ਰਾਤ ਪਾ ਛੱਡਣੀ ਓ? ਸੌਰੀ ਦੀਏ, ਕੁੜੀਆਂ ਨੂੰ ਵੀ ਸਿਖਾਲ ਛੱਡਿਆ ਈ ਪਈ ਪਿਓ ਦੀ ਗੱਲ ਨਾ ਮੰਨਿਆ ਕਰੋ। ਖੌਰੇ 50 ਵਾਰੀ ਤਵਾ ਧਰਨ ਨੂੰ ਆਖ ਚੁੱਕਾ ਵਾਂ, ਕੰਨੀ ਬੁੱਝੇ ਦੇ ਛੱਡਦੀਆਂ ਨੇ। ਨਿਹਾਲੋ ਨੇ ਸ਼ੰਭੂ ਨੂੰ ਜਾਣ ਦਾ ਇਸ਼ਾਰਾ ਕੀਤਾ ਤੇ ਉਹ ਆਪਣੇ ਰਾਹ ਪੈ ਗਿਆ। ਇੱਧਰ ਮੂੰਹ ਵਿੱਚ ਬੁੜਬੁੜਾਉਂਦੀ ਹੋਈ ਨਿਹਾਲੋ ਤੰਬੂ ਵੱਲ ਟੁਰ ਪਈ। ਅੱਗ ਲੱਗ ਜਾਏ ਇਹੋ ਜਿਹੇ ਢਿੱਡ ਨੂੰ। ਧੰਨਵਾਦ।